ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹੱਲਾ ਪੰਜਵਾ। ਘਰ ਚੌਥਾ। ਏਕ ਓੰਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਪਰੀ ਜਾ ਮਹਿ ਗੁਣ ਗਾਏ। ਕਿਤ ਹੀ ਕਾਮ ਨ ਧੌਲ ਹਰ ਜਿਤ ਹਰ ਬਿਸਰਾਏ। ਭਲੀ ਸੁਹਾਵੀ ਛਪਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੋਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਰਸਨਾ ਦੀ ਪਿੱਤਰਤਾ ਲਈ ਇੱਕ ਵਾਰ ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੀ ਰਚਨਾਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਫੁਰਮਾਨ ਕਰਦੇ ਹਨ। ਘਰ ਚੌਥਾ। ਚੌਥੇ ਘਰ ਸੁਰ ਤਾਲ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਨੇ। ਏਕ ਓੰਕਾਰ। ਵਾਹਿਗੁਰੂ ਇੱਕ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਸਤ ਹੈ ਚਿਤ ਹੈ ਆਨੰਦ ਸਰੂਪ ਹੈ। ਐਸੇ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜਿਹਦੇ ਵਿੱਚ ਐਸੇ ਸਰੂਪ ਭੂਤ ਤਟਸਥੀ ਲਕਸ਼ਣ ਹਨ। ਸਤ ਚਿਤ ਆਨੰਦ ਰੂਪ ਇੱਕ ਓੰਕਾਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਹੁੰਦੀ ਹੈ। ਭਲੀ ਸੁਹਾਵੀ ਛਪਰੀ। ਕਹਿੰਦੇ ਉਹ ਛਪਰੀ ਭਲੀ ਚੰਗੀ ਸੁਹਾਵੀ ਸੋਭਨੀਕ ਹੈ। ਜਾ ਮਹਿ ਗੁਣ ਗਾਏ। ਜਿਹਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਏ ਜਾਂਦੇ ਹਨ। ਇਹ ਜਿਹੜਾ ਪਾਵਨ ਸ਼ਬਦ ਹੈ ਇਹ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਵਕਤ ਉਚਾਰਿਆ ਜਦ ਸ੍ਰੀ ਗੋਇੰਦਵਾਲ ਸਾਹਿਬ ਤੋਂ 3-4 ਮੀਲ ਪੱਛਮ ਦੀ ਤਰਫ ਖਾਨਪੁਰਾ ਪਠਾਣਾ ਦੇ ਪਿੰਡ ਦੇ ਕੋਲੋਂ ਦੀ ਲੰਘ ਰਹੇ ਸਨ। ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਜਾਂਦੇ ਆ ਉਹ ਲਾਗੋਂ ਦੀ ਲੰਘ ਰਹੇ ਸੀ ਪਠਾਣਾ ਦੇ ਪਿੰਡ ਕੋਲੋਂ ਦੀ। ਉਸ ਵੇਲੇ ਠੰਡ ਦਾ ਮੌਸਮ ਸੀ ਅਤੇ ਉੱਪਰੋਂ ਵਰਖਾ ਸ਼ੁਰੂ ਹੋ ਗਈ। ਸਤਿਗੁਰਾਂ ਦੇ ਨਾਲ ਭਾਈ ਬਿਧੀ ਚੰਦ ਭਾਈ ਪੁਰਾਣਾ ਭਾਈ ਜੇਠਾ ਅਤੇ ਭਾਈ ਗੁਰਦਾਸ ਜੀ ਆਦਿਕ ਬ੍ਰਹਮ ਗਿਆਨੀ ਗੁਰਸਿੱਖ ਸਨ। ਵਰਖਾ ਪੈਂਦੀ ਵੇਖ ਕੇ ਸਿੱਖਾਂ ਨੇ ਕਿਹਾ ਕਿ ਹੇ ਮਹਾਰਾਜ ਆਪ ਜੀ ਆਗਿਆ ਕਰੋ ਤਾਂ ਨੇੜੇ ਹੀ ਨਗਰ ਵਿੱਚ ਕਿਸੇ ਦੇ ਘਰ ਚੱਲ ਕੇ ਆਰਾਮ ਕਰੀਏ।
ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ ਜਿੱਥੇ ਸਮਾਂ ਗੁਜ਼ਰ ਜਾਵੇ ਉੱਥੇ ਗੁਜ਼ਾਰ ਲੈਣਾ ਚਾਹੀਦਾ ਹੈ। ਅਸੀਂ ਕਿੱਥੇ ਕਿੱਥੇ ਫਿਰਾਂਗੇ ਅਤੇ ਕਿਹਦਾ ਕਿਹਦਾ ਘਰ ਵੇਖਾਂਗੇ। ਭਾਈ ਬਿਧੀ ਚੰਦ ਜੀ ਕਹਿਣ ਲੱਗੇ ਕਿ ਹੇ ਮਹਾਰਾਜ ਜੀ, ਮੈਨੂੰ ਵੇਖ ਆਉਣ ਦਿਓ। ਜਦ ਬਿਧੀ ਚੰਦ ਜੀ ਗਏ ਤਦੋਂ ਪਿੰਡ ਵਿੱਚ ਕਿਧਰੇ ਵੇਸਵਾਵਾਂ ਨੱਚ ਰਹੀਆਂ ਸਨ, ਕਿਤੇ ਪ੍ਰਾਹੁਣੇ ਉਤਰੇ ਹੋਏ ਸੀ, ਪਠਾਨਾਂ ਨੇ ਸ਼ਰਾਬ ਪੀਤੀ ਹੋਈ ਸੀ, ਨਾਚ ਗਾਣਾ ਕਰ ਰਹੇ ਵੇਖ ਰਹੇ ਸਨ। ਅਤੇ ਜਦ ਸਿੱਖਾਂ ਨੇ ਜਾ ਕੇ ਰਹਿਣ ਦੀ ਗੱਲ ਕੀਤੀ, ਅੱਗੋਂ ਉਹਨਾਂ ਮਸ਼ਕਰੀਆਂ ਕੀਤੀਆਂ, ਉਲਟਾ ਸਿੱਧਾ ਬੋਲੇ ਅਤੇ ਸਾਰਿਆਂ ਜਵਾਬ ਦੇ ਦਿੱਤਾ ਕਿ ਤੁਹਾਡੇ ਰਹਿਣ ਲਈ ਇੱਥੇ ਪਿੰਡ 'ਚ ਸਾਡੀ ਕੋਈ ਜਗ੍ਹਾ ਨਹੀਂ ਹੈ। ਤਾਂ ਉਸ ਵੇਲੇ ਭਾਈ ਬਿਧੀ ਚੰਦ ਜੀ ਵਾਪਸ ਆ ਗਏ। ਸਤਿਗੁਰੂ ਜੀ ਕਹਿਣ ਲੱਗੇ ਕਿ ਜੇਕਰ ਆਰਾਮ ਕਰਨ ਦਾ ਖਿਆਲ ਹੈ ਤਾਂ ਚਲੋ ਭਾਈ, ਫਿਰ ਜੇ ਆਪਾਂ ਰਹਿਣਾ ਹੀ ਹੈ। ਇੱਕ ਪ੍ਰੇਮੀ ਸਿੱਖ ਭਾਈ ਹੀਮਾ ਇੱਥੋਂ ਮੀਲ ਕੁ ਦੀ ਦੂਰੀ 'ਤੇ ਰਹਿੰਦਾ ਹੈ। ਉਹ ਪਿਆਰਾ ਸਿਮਰਨ ਕਰਨ ਵਾਲਾ ਹੈ। ਆਪਾਂ ਉਹਦੇ ਕੋਲ ਚੱਲ ਕੇ ਆਰਾਮ ਕਰਦੇ ਹਾਂ। ਭਾਈ ਹੀਮਾ ਸਰੀਰ ਉੱਪਰ ਇੱਕ ਕੰਬਲੀ ਰੱਖਿਆ ਕਰਦਾ ਸੀ ਅਤੇ ਪਿੰਡ ਤੋਂ ਬਾਹਰ ਉਹਨੇ ਕੱਖਾ ਕਾਨੀਆਂ ਦੀ ਛੰਨ ਛਪਰੀ ਪਾਈ ਹੋਈ ਸੀ, ਜਿਹਦੇ ਵਿੱਚ ਬੈਠ ਕੇ ਉਹ ਰਾਤ ਦਿਨ ਸਤਿਗੁਰਾਂ ਨੂੰ ਆਰਾਧਦਾ ਰਹਿੰਦਾ ਸੀ। ਆਪਣੇ ਖੇਤ ਨੂੰ ਬੀਜ ਲਿਆ ਕਰਦਾ ਅਤੇ ਜਿਹੜੇ ਦਾਣੇ ਹੁੰਦੇ ਉਹਨਾਂ ਨੂੰ ਆਪ ਚੱਕੀ ਵਿੱਚ ਪੀਸ ਆਟਾ ਬਣਾ ਕੇ ਆਉਂਦੇ ਜਾਂਦੇ ਰਾਹੀਆਂ ਨੂੰ ਪ੍ਰਸ਼ਾਦਾ ਛਕਾਉਂਦਾ ਸੀਗਾ। 4 ਪ੍ਰਸ਼ਾਦੇ ਪਕਾਉਂਦਾ, 2 ਸਵੇਰੇ ਛਕ ਲੈਂਦਾ 8-9 ਵਜੇ ਦੇ ਕਰੀਬ, ਅਤੇ 2 ਰੱਖ ਦਿੰਦਾ। ਜੇ ਕੋਈ ਲੋੜਵੰਦ ਆਉਂਦਾ ਤਾਂ ਉਹਨੂੰ ਛਕਾ ਦਿੰਦਾ, ਜੇ ਕੋਈ ਨਾ ਆਉਂਦਾ ਤਾਂ ਰਾਤ ਨੂੰ ਉਹੀ ਖਾ ਕੇ ਰੱਬ ਰੱਬ ਕਰ ਛੱਡਦਾ। ਕੋਈ ਵੈਸੇ ਵੀ ਰਾਹੀ ਜੋਤੀ ਆਵੇ ਉਹਨੂੰ ਸਪੈਸ਼ਲ ਪਕਾ ਕੇ ਛਕਾਉਂਦਾ। ਉਹ ਭਾਈ ਹੀਮੇ ਦੀ ਛਪਰੀ ਨੂੰ ਸਤਿਗੁਰੂ ਜੀ ਨੇ ਭਾਗ ਲਾਏ ਅਤੇ ਆਪਣੇ ਸਿੱਖਾਂ ਸਮੇਤ ਉਹਦੀ ਛਪਰੀ ਦੇ ਵਿੱਚ ਪਹੁੰਚੇ। ਇੱਥੇ ਗੁਰਦੁਆਰਾ ਅੱਜ ਕੱਲ੍ਹ ਛਾਪਰੀ ਸਾਹਿਬ ਹੈ, ਖਾਨਾਂ ਦਾ ਪਿੰਡ ਉਜੜ ਗਿਆ, ਉੱਥੇ ਨਹੀਂ ਕੱਖ ਹੈ, ਉੱਥੇ ਥੇ ਪਿਆ ਹੈ। ਜਿੱਥੇ ਛਪਰੀ ਸੀਗੀ ਉੱਥੇ ਸੋਨੇ ਦੇ ਕਲਸ਼ ਵਾਲਾ ਗੁਰਦੁਆਰਾ ਲੱਗਾ, ਕਲਸ਼ ਲੱਗਾ ਹੋਇਆ, ਅਤੇ ਗੁਰੂ ਘਰ ਸੰਗਮਰਮਰ ਦਾ ਬਣਿਆ ਹੋਇਆ। ਜਦ ਇਹਨੇ ਵੇਖਿਆ ਕਿ ਗੁਰੂ ਸਾਹਿਬ ਜੀ ਆ ਰਹੇ ਨੇ, ਭਾਈ ਹੀਮਾ ਦੂਰੋਂ ਹੀ ਸਤਿਗੁਰਾਂ ਨੂੰ ਆਉਂਦਾ ਵੇਖ ਕੇ ਚੇਤੇ 'ਚ ਬਹੁਤ ਪ੍ਰਸੰਨ ਹੋਇਆ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ, ਇਉਂ ਸਤਿਗੁਰਾਂ ਦੇ ਦਰਸ਼ਨ ਕਰਕੇ ਭਾਈ ਹੀਮੇ ਦਾ ਚਿੱਤ ਰੂਪ ਕਮਲ ਖਿੜ ਗਿਆ। ਆਪਣੀ ਭੂਰੀ ਲਾ ਕੇ, ਭੂਰਾ ਕਹਿੰਦੇ ਨੇ ਕੰਬਲ ਨੂੰ ਮਾਲਵੇ ਵਿੱਚ, ਭੂਰੀ ਕਹਿੰਦੇ ਨੇ ਕੰਬਲੀ ਲੋਈ ਨੂੰ, ਅਸੀਂ ਲੋਈ ਕਹਿੰਦੇ ਹਾਂ। ਉਹ ਲਾ ਕੇ ਸਤਿਗੁਰਾਂ ਦੇ ਚਰਨਾਂ ਨੂੰ ਝਾੜਿਆ, ਪ੍ਰੇਮ ਨਾਲ ਛਪਰੀ ਦੇ ਵਿੱਚ ਬਿਠਾਇਆ, ਔਰ ਆਪ ਚੱਕੀ ਵਿੱਚ ਤਾਜ਼ੇ ਦਾਣੇ ਪੀਸ ਕੇ ਤਾਜ਼ਾ ਆਟਾ ਤਿਆਰ ਕੀਤਾ, ਔਰ ਸਤਿਗੁਰਾਂ ਸਮੇਤ ਸਿੱਖਾਂ ਨੂੰ ਪ੍ਰਸ਼ਾਦਾ ਛਕਾਇਆ। ਜਿਵੇਂ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਨੂੰ ਛਕ ਕੇ ਗੁਰੂ ਨਾਨਕ ਦੇਵ ਜੀ ਪ੍ਰਸੰਨ ਹੋਏ ਸਨ, ਅਤੇ ਭਾਈ ਮਰਦਾਨਾ ਪਹਿਲਾਂ ਦਾ ਨੱਕ ਮੂੰਹ ਜਿਹਾ ਵੱਟੇ ਕਿ 7 ਦਿਨ ਦੇ 7 ਰਾਤਾਂ ਹੋ ਗਏ ਰਸਤੇ ਦੇ ਵਿੱਚ ਤੁਰੇ ਆਉਂਦਿਆਂ। ਜੇ ਇਹੀ ਸੁੱਕੀਆਂ ਕੋਧਰੇ ਦੀਆਂ, ਜਿਹਨੂੰ ਬਾਜਰੇ ਦੀਆਂ ਰੋਟੀਆਂ ਕਹਿੰਦੇ, ਉਹ ਖਾਣੀਆਂ ਨੇ, ਅਤੇ ਸਾਗ ਖਾਣਾ ਸੀ, ਅਤੇ ਫਿਰ ਆਪਾਂ ਸੁਲਤਾਨਪੁਰ ਨਹੀਂ ਸੀ ਚੰਗੇ, ਉੱਥੇ ਚੰਗਾ ਭਲਾ ਬੇਬੇ ਨਾਨਕੀ ਦੇ ਘਰ ਜਾ ਕੇ ਪ੍ਰਸ਼ਾਦਾ ਛਕ ਆਈਦਾ ਸੀ। ਬੇਬੇ ਜੀ ਨੇ ਆਖਿਆ ਸੀ ਵੀ ਤੂੰ ਰਹਿ ਮੇਰੇ ਵੀਰ ਕੋਲ, ਇਹਨੂੰ ਤਾਂ ਭੁੱਖ ਲੱਗਦੀ ਨਹੀਂ, ਜਾਂ ਤੈਨੂੰ ਲੱਗੂਗੀ ਤੂੰ ਮੇਰੇ ਕੋਲ ਆ ਕੇ ਰੋਟੀ ਖਾ ਜਾ ਕਰ। ਇੰਨੀ ਦੂਰ ਵੀ ਆਏ ਅਤੇ ਵੇਖੋ ਉਹ ਹੱਥ 'ਤੇ ਰੱਖਿਆ ਅਤੇ ਨਾਲ ਹੀ ਸੋਚੀ ਜਾਏ। ਅਤੇ ਮਹਾਰਾਜ ਵੇਖ ਕੇ ਮੁਸਕਰਾ ਕੇ ਕਹਿਣ ਲੱਗੇ, ਭਾਈ ਸਾਹਿਬ ਕੀ ਸੋਚਦਾ ਹੈ? ਇੱਕ ਬੁਰਕੀ ਤੋੜ ਕੇ ਮੂੰਹ 'ਚ ਤਾਂ ਪਾ ਕੇ ਦੇਖ,
ਤੂੰ ਮੇਰੀ ਵੀ ਮੰਗੇਗਾ। ਸੱਚਮੁੱਚ ਹੀ ਆਪਣੀ ਤਾਂ ਖਾ ਲਈ, ਕਹਿੰਦਾ ਮਹਾਰਾਜਾ ਵੀ ਦੇ ਦਿਓ, ਤੁਹਾਨੂੰ ਕਿਹੜਾ ਭੁੱਖ ਲੱਗਦੀ ਹੈ, ਇਹ ਤਾਂ ਇੰਨੀ ਸਵਾਦ ਹੈ ਛੱਡਣ ਨੂੰ ਜੀਓ ਹੀ ਨਹੀਂ ਕਰਦਾ। ਮਹਾਰਾਜ ਕਹਿੰਦੇ ਵੇਖਿਆ ਫਿਰ ਇਹ ਕਿਰਤ ਦਾ ਪ੍ਰਸ਼ਾਦਾ ਹੈ। ਉਵੇਂ ਕਿਤੇ ਤੁਸੀਂ ਕੰਮ ਕਰਕੇ ਆਪਦੇ ਹੱਥੀਂ ਪ੍ਰਸ਼ਾਦਾ ਲਾ ਕੇ ਛਕੋ, ਉਹਦਾ ਸਵਾਦ ਕੁਛ ਹੋਰ ਹੁੰਦਾ ਹੈ। ਜਿਹੜਾ ਕਿਸੇ ਨੇ ਤਿਆਰ ਕੀਤਾ ਉਹ 'ਚ ਆਪਾਂ 100 ਨਿਕਸ ਬਿੰਨੀਆਂ ਕੱਢਾਂਗੇ, ਇਹ ਚਾਹ ਘੱਟ ਹੈ, ਇਹਦੀ ਚਾਹ ਜ਼ਿਆਦਾ ਹੈ, ਆ ਚੰਗਾ ਨਹੀਂ, ਆ ਮਾੜਾ ਹੈ, ਗਰਮ ਹੈ, ਠੰਡਾ ਹੈ। ਕੰਮ ਕਰਕੇ ਖਾਓਗੇ, ਬੰਦਾ ਚੰਗਾ ਥੱਕਿਆ ਟੁੱਟਿਆ ਹੋਵੇ, ਨੀਂਦਰ ਆਈ ਹੋਵੇ, ਅਤੇ ਆਪਦੇ ਹੱਥੀਂ ਪ੍ਰਸ਼ਾਦਾ ਤਿਆਰ ਕਰੇ, ਫਿਰ ਵੇਖੋ ਫਿਰ ਤਾਂ ਸੁੱਕੀਆਂ ਵੀ ਲੰਘਦੀਆਂ ਜਾਂਦੀਆਂ, ਘੱਟ ਵੱਧ ਨਹੀਂ ਫਿਰ ਵੇਖੀਦਾ, ਉਹਦਾ ਸਵਾਦ ਹੀ ਕੁਝ ਵੱਖਰਾ ਹੁੰਦਾ ਹੈ। ਅਸੀਂ ਜਦ ਵੀ ਛਕਦੇ ਹਾਂ ਬਿਨਾਂ ਭੁੱਖ ਤੋਂ ਖਾਂਦੇ ਹਾਂ। ਪਹਿਲੀ ਗੱਲ, ਉੱਠਦਿਆਂ ਸਾਰੀ ਭੁੱਖ ਨਹੀਂ ਲੱਗੀ ਹੁੰਦੀ। ਵੇਖਿਆ ਟਾਈਮ ਲੰਚ ਹੋ ਗਿਆ, ਕਿਸੇ ਨੇ ਵਧੋ ਵਧੀ ਆਖਿਆ, ਉਦੋਂ ਵੀ ਭੁੱਖ ਨਹੀਂ ਹੁੰਦੀ। ਅਤੇ ਬਿਨਾਂ ਭੁੱਖ ਤੋਂ ਛਕਣ ਤੋਂ ਵੀ ਉਹ ਆਨੰਦ, ਉਹ ਸਵਾਦ ਨਹੀਂ ਆਉਂਦਾ। ਤੋ ਬਾਕੀ ਜੋ ਨਿੰਦਿਆ ਚੁਗਲੀ ਗੱਲਾਂ ਬਾਤਾਂ ਕਰਦਿਆਂ ਪੱਕਿਆ ਪਕਾਇਆ ਹੋਵੇ, ਉਹਦਾ ਵੀ ਸਵਾਦ ਆਨੰਦ ਕੁਝ ਵੱਖਰਾ ਹੁੰਦਾ। ਮਹਾਰਾਜ ਨੇ ਆਖਿਆ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਿਹੜਾ ਫਿੱਕਾ ਬੋਲ ਬੋਲਣਾ ਹੈ, ਫਿੱਕਾ ਬੋਲ ਵਿਗੋਚਨਾ ਸੁਣ ਮੂਰਖ ਮਨ ਅਜਾਣ, ਉਹ ਆਪਣੇ ਆਪ 'ਚ ਵੀ ਖਰਾਬ ਹੁੰਦਾ ਅਤੇ ਰੋਟੀਆਂ ਵੀ ਖਰਾਬ ਕਰ ਦਿੰਦਾ। ਲੜਾਈ ਝਗੜਾ ਕਲੇ ਕਲੇਸ਼ ਦੇ ਵਿੱਚ ਪੱਕੀਆਂ ਰੋਟੀਆਂ ਉਹ ਮਨ 'ਤੇ ਵੀ ਵੈਸਾ ਹੀ ਅਸਰ ਕਰਦੀਆਂ। ਤਾਂਹੀਓ ਤਾਂ ਅੱਜ ਕੱਲ੍ਹ ਸਾਡਾ ਗੁਟਕਾ ਫਰਨ ਨੂੰ ਵੱਢਿਆ ਰੂਹ ਨਹੀਂ ਕਰਦਾ। ਜੇ ਫੜ ਵੀ ਲਈਏ ਭੁੱਲ ਭੁਲੇਖੇ ਅਤੇ ਉਸੇ ਵਕਤ ਹੀ ਅੱਖਾਂ ਕਬੂਤਰ ਵਾਂਗ ਬੰਦ ਹੋਣ ਲੱਗ ਪੈਂਦੀਆਂ, ਜਿਵੇਂ ਬੜੇ ਦਿਨਾਂ ਦਾ ਕਿਤੇ ਨੀਂਦਰਾ ਹੋਵੇ। ਗੱਲਾਂ ਬਾਤਾਂ ਭਾਵੇਂ ਸਾਰੀ ਦਿਹਾੜੀ ਕਰੀ ਜਾਓ, ਕਾਰਨ ਕੀ ਹੈ? ਜੈਸਾ ਅੰਨ ਤੈਸਾ ਮਨ। ਜਪਜੀ ਸਾਹਿਬ ਦਾ ਪਾਠ ਕਰਦਿਆਂ, ਮੂਲ ਮੰਤਰ ਦਾ ਸਿਮਰਨ ਕਰਦਿਆਂ, ਵਾਹਿਗੁਰੂ ਵਾਹਿਗੁਰੂ ਕਰਦਿਆਂ ਪ੍ਰਸ਼ਾਦਾ ਪੱਕਿਆ ਹੋਵੇ ਅਤੇ ਸਤਿਨਾਮ ਵਾਹਿਗੁਰੂ ਕਹਿ ਕੇ ਬੁਰਕੀ ਮੂੰਹ 'ਚ ਪਾਈ ਹੋਵੇ, ਸਵਾਲ ਹੀ ਪੈਦਾ ਨਹੀਂ ਹੁੰਦਾ। ਭੁੱਖ ਲੱਗੀ ਹੋਵੇ, ਬੰਦਾ ਥੱਕਿਆ ਹੋਵੇ ਅਤੇ ਬਿਨਾਂ ਚੋਪੜੀ ਵੀ, ਫਰੀਦ ਸਾਹਿਬ ਕਹਿੰਦਾ ਵੀ ਚੋਪੜੀ ਵਾਲਾ ਹੀ ਆਨੰਦ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਉਹ ਤਾਂ ਲੱਕੜ ਨੂੰ ਹੀ ਮੂੰਹ ਮਾਰਦਾ ਸੀਗਾ। ਲਾਮਣ ਮੇਰੀ ਭੁੱਖ ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ, ਰੁੱਖੀ ਸੁੱਖੀ ਖਾਏ ਕੈ। ਰੁੱਖੀ ਸੁੱਖੀ ਜ਼ਰੂਰੀ ਨਹੀਂ ਵੀ ਘਿਓ ਤੋਂ ਬਗੈਰ ਹੀ ਹੈ, ਜੇ ਘਿਓ ਹੈਗਾ ਅਤੇ ਲਾਉਣ ਦਾ ਕੋਈ ਹਰਜ ਨਹੀਂ ਹੈ। ਮਹਾਰਾਜ ਪਰਮਾਤਮਾ ਨੇ ਖਾਣ ਵਾਸਤੇ ਬਣਾਇਆ ਹੈ। ਜੇ ਘਿਓ ਨੂੰ ਵਰਤਣਾ ਨਾ ਹੋਵੇ ਫਿਰ ਬਣਿਆ ਕਿਉਂ ਹੋਵੇ? ਅਤੇ ਇਸ ਲਈ ਕੰਜੂਸੀ ਨਹੀਂ ਕਰਨੀ। ਰੁੱਖੀ ਸੁੱਖੀ ਦਾ ਭਾਵ ਕਿਰਤ ਦਾ ਪ੍ਰਸ਼ਾਦਾ ਹੈ। ਦਸਾਂ ਨੋਹਾਂ ਦੀ ਕਿਰਤ ਨਾਮ ਜਪਦਿਆਂ ਹੋਇਆਂ ਜਿਹੜਾ ਤਿਆਰ ਹੋਣਾ, ਇਹਨੂੰ ਰੁੱਖੀ ਸੁੱਖੀ ਆਖਿਆ ਹੈ। ਰੁੱਖੀ ਸੁੱਖੀ ਖਾਈ ਕੈ, ਜਾਂ ਰੁੱਖੀ ਸੁੱਖੀ ਸਾਂਤ ਕੀ ਭੋਜਨ। ਜਿਹੜਾ ਨੌਨ ਵੈਜ ਹੈ ਉਹਨੂੰ ਆਪਾਂ ਰੁੱਖੀ ਸੁੱਖੀ ਨਹੀਂ ਕਹਿ ਸਕਦੇ। ਸੋ ਫਰੀਦ ਸਾਹਿਬ ਕਹਿੰਦੇ ਨੇ ਰੁੱਖੀ ਸੁੱਖੀ ਖਾਈ ਕੈ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਜਿਹੜੇ ਮੱਖਣ ਮਲਾਈਆਂ ਖਾਂਦੇ ਨੇ, ਰਿਸ਼ਵਤ ਵੱਡੀ ਖੋਰੀ ਦਾ, ਉਹ ਵੇਖਣ ਨੂੰ ਤਾਂ ਜਾਪਦੇ ਵੀ ਆਨੰਦ ਲੈਂਦੇ ਨੇ, ਜਦ ਨਿਕਲਦਾ ਹੈ ਤਾਂ ਫਿਰ ਸਿਰ 'ਚੋਂ ਹੀ ਨਿਕਲਦਾ ਰਸੌਲੀ ਬਣ ਕੇ। ਇੱਕੋ ਦਮ ਹੀ ਉਹ ਡਾਕਟਰ ਕੱਢ ਕੇ ਉਹ ਮਾਰਦੇ, ਆਪਰੇਸ਼ਨ ਹੀ ਕਰਾਉਣਾ ਪੈਂਦਾ। ਉਹ ਨੱਕ 'ਚ ਹੀ ਵੜ ਜਾਂਦਾ, ਉਹ ਹੱਡੀ ਪੜਾਉਣੀ ਪੈਂਦੀ, ਮਾਫ ਕਰਨਾ, ਸਟੰਟ ਪਾਉਣਾ ਪੈਂਦਾ। ਸਾਰੀ ਉਮਰ ਦੀ ਕਮਾਈ ਬਸ 2-4 ਦਿਨਾਂ 'ਚ ਹੀ ਜਾਂਦੀ ਆ, ਮਾਫ ਕਰਨਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਲਕ ਭਾਗੋ ਨੂੰ ਇਹੀ ਸਿਕਸ਼ਾ ਦਿੱਤੀ ਸੀਗੀ। ਸੋ ਭਾਈ ਹੀਮਾ ਜੀ ਨੇ ਗੁਰੂ ਸਾਹਿਬ ਨੂੰ ਆਪ ਦੇ ਹੱਥੀਂ ਤਾਜ਼ਾ ਆਟਾ ਪੀਸ ਕੇ ਪ੍ਰਸ਼ਾਦਾ ਛਕਾਇਆ।
ਜਿਵੇਂ ਭਾਈ ਲਾਲੂ ਦੇ ਕੋਧਰੇ ਵਾਲੇ ਪ੍ਰਸ਼ਾਦੇ ਯਾਨੀ ਬਾਜਰੇ ਦੀ ਰੋਟੀ ਵਿੱਚੋਂ ਅਤੇ ਸਰੋਂ ਦੇ ਸਾਗ ਵਿੱਚੋਂ ਭਾਈ ਮਰਦਾਨਾ ਜੀ ਨੂੰ 36 ਪ੍ਰਕਾਰ ਦੇ ਰਸ ਅਤੇ ਅਨੇਕ ਤਰ੍ਹਾਂ ਦੇ ਆਨੰਦ ਪ੍ਰਸ਼ਾਦੇ ਵਿੱਚੋਂ ਗੁਰੂ ਸਾਹਿਬ ਨੇ ਦਿਖਾਏ ਸਨ। ਇੰਝ ਹੀ ਜਦ ਗੁਰਸਿੱਖਾਂ ਨੇ ਪ੍ਰਸ਼ਾਦ ਪਾਣੀ ਪਾਇਆ ਅਤੇ ਅਲੌਕਿਕ ਆਨੰਦ ਅਤੇ ਰਸ ਆਇਆ। ਗੁਰੂ ਅਰਜਨ ਸਾਹਿਬ ਨੇ ਭਾਈ ਹੇਮੇ ਦੇ ਰੁੱਖੇ ਪ੍ਰਸ਼ਾਦਿਆਂ 'ਚੋਂ 6 ਤਰ੍ਹਾਂ ਦੇ ਰਸ 36 ਪ੍ਰਕਾਰ ਦੇ ਭੋਜਨਾਂ ਦਾ ਸਵਾਦ ਉਹਦੇ ਵਿੱਚੋਂ ਦਿਖਾ ਦਿੱਤਾ। ਸਤਿਗੁਰਾਂ ਨੇ ਖੁਸ਼ ਹੋ ਕੇ ਸਭ ਰਿੱਧੀਆਂ ਸਿੱਧੀਆਂ ਭਾਈ ਹੇਮੇ ਨੂੰ ਬਖਸ਼ ਦਿੱਤੀਆਂ। ਪਰ ਭਾਈ ਹੇਮੇ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੈਨੂੰ ਇਹਨਾਂ ਦੀ ਲੋੜ ਨਹੀਂ ਹੈ। ਜੇਕਰ ਆਪ ਜੀ ਮੇਰੇ 'ਤੇ ਤਰੁੱਠੇ ਪ੍ਰਸੰਨ ਹੋਏ ਹੋ ਅਤੇ ਮੈਨੂੰ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਇਹ ਜੋ ਸੁਖਮਨੀ ਸਾਹਿਬ 'ਚ ਆਪ ਜੀ ਨੇ ਸ਼ਬਦ ਉਚਾਰਿਆ ਇਹਦੇ ਮੁਤਾਬਕ ਸਵਾਸ ਸਵਾਸ ਸਿਮਰਨ ਕਰਨ ਦੀ ਦਾਤ ਬਖਸ਼ਿਸ਼ ਕਰੋ। ਤਦੋਂ ਸਤਿਗੁਰਾਂ ਨੇ ਭਾਈ ਹੇਮੇ ਦੇ ਪ੍ਰਥਾਏ 3 ਸ਼ਬਦ ਉਚਾਰੇ। ਇੱਕ ਮਾਝ ਰਾਗ ਦੇ ਵਿੱਚ ਮਾਝ ਮਹੱਲਾ ਪੰਜਵਾ ਹਰ ਰੁੱਖੀ ਰੋਟੀ ਖਾਏ ਸੰਭਾਲੈ, ਅਤੇ ਇੱਕ ਜੈਸਰੀ ਦੀ ਵਾਰ ਦੇ ਵਿੱਚ ਪੌੜੀ ਹੈ, ਪੌੜੀ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨੈ, ਜਾਤ ਨ ਪਤ ਨ ਆਦਰੋ ਉਦਿਆਨ ਬਰਮਿੰਨੈ, ਮਿੱਤਰ ਨ ਏਠ ਤਨ ਰੂਪਹੀਣ ਕਿ ਸਾਗ ਨ ਸਿੰਨੈ, ਮਿੱਤਰ ਨ ਏਠ ਤਨ ਰੂਪਹੀਣ ਕੇ ਸਾਗ ਨ ਸਿੰਨੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਇੱਕ ਆ ਜਿਹੜਾ ਸ਼ਬਦ ਆਪ ਕਥਾ ਸਰਵਣ ਕਰਨ ਲਈ ਜਾ ਰਹੇ ਹੋ, ਇਹ ਸੂਹੀ ਰਾਗ ਦੇ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਭਾਈ ਹੇਮੇ ਦੀ ਝੌਂਪੜੀ ਦੇ ਵਿੱਚ ਸਾਧ ਸੰਗਤ ਜੀਓ ਸਾਰੀ ਰਾਤ ਅਖੰਡ ਕੀਰਤਨ ਹੁੰਦਾ ਰਿਹਾ ਅਤੇ ਉੱਥੇ ਮਹਾਰਾਜ ਨੇ ਝੌਂਪੜੀ 'ਚ ਬਹਿ ਕੇ ਇਹ ਸ਼ਬਦ ਉਚਾਰਿਆ। ਜਿਹੜੀ ਗੁਰਬਾਣੀ ਹੈ ਇਹ ਸੋਨੇ ਦੇ ਮਹੱਲਾਂ 'ਚ ਨਹੀਂ ਉਚਾਰੀ ਹੋਈ। ਇਸ ਤਰ੍ਹਾਂ ਹੀ ਰਾਹ ਖੇਡੇ ਜਾਂਦੇ ਆ ਜੰਗਲ ਵੇਲਿਆਂ 'ਚ, ਜਿੱਥੇ ਸਾਹਿਬ ਬੈਠਦੇ ਉੱਥੇ ਜੰਗਲ 'ਚ ਮੰਗਲ ਲਾ ਲੈਂਦੇ ਸਨ। ਐਸੀ ਮਹਾਰਾਜ ਦੀ ਕਿਰਪਾ ਸੀਗੀ। ਇਹ ਜਿਹੜੀ ਧੁਰ ਕੀ ਬਾਣੀ ਹੈ ਬਖਸ਼ਿਸ਼ਾਂ ਭਰੀ ਹੈ, ਹਰ ਇਹਦਾ ਕਾਰਨ ਕਿਤੇ ਨਾ ਕਿਤੇ ਉਚਾਰਨ ਦਾ ਹੋਇਆ ਹੈ। ਅੰਤਰਜਾਮੀ ਸਤਿਗੁਰੂ ਜੀ ਨੇ ਭਾਈ ਹੇਮਾ ਜੀ ਦੇ ਕੋਲ ਪਾਣੀ ਦਾ ਪ੍ਰਬੰਧ ਨਾ ਹੁੰਦਾ ਵੇਖ ਕੇ ਕਿਹਾ ਕਿ ਭਾਈ ਹੇਮਾ ਉਹ ਬਾਹਰ 8 ਨੁਕਰੀ ਟੀਮ ਨੂੰ ਚੁੱਕ। ਭਾਈ ਹੇਮੇ ਨੇ ਬਚਨ ਮੰਨ ਕੇ ਉਹ ਟੀਮ ਚੁੱਕੀ ਤਾਂ ਹੇਠੋਂ ਪਾਣੀ ਦਾ 100ਵਾਂ ਫੁੱਟ ਆਇਆ ਅਤੇ ਉਹ ਸਾਰਾ ਜਿੰਨਾ ਵੀ ਧਰਤੀ ਦੇ ਵਿੱਚ ਟੋਆ ਸੀਗਾ ਉਹ ਸਾਰਾ ਸਰੋਵਰ ਪਾਣੀ ਨਾਲ ਭਰ ਗਿਆ। ਉਸ ਵੇਲੇ ਸਤਿਗੁਰੂ ਜੀ ਨੇ ਵਰ ਦਿੱਤਾ ਕਿ ਪਾਣੀ ਕਦੀ ਨਹੀਂ ਸੁੱਕੇਗਾ, 8 ਗੁਣਾ ਭਰਿਆ ਹੀ ਰਹੇਗਾ। ਜੋ ਵੀ ਮਾਈ ਬੀਬੀ ਭੈਣ ਭਾਵਨਾ ਦੇ ਨਾਲ ਇੱਥੇ ਇਸ਼ਨਾਨ ਕਰੇਗੀ ਉਹਦੀ 18 ਦੀ ਬਿਮਾਰੀ ਨਾਸ਼ ਹੋ ਜਾਵੇਗੀ। 8 ਮਹੀਨਿਆਂ ਬਾਅਦ ਗਰਭ ਦੇ ਅੰਦਰ ਹੀ ਬੱਚਾ ਚੜ੍ਹਾਈ ਕਰ ਜਾਂਦਾ ਹੈ। ਸੋ ਇਹ ਨਾਮਰਾਦ ਬਿਮਾਰੀ ਸਰੋਵਰ 'ਚ ਇਸ਼ਨਾਨ ਕਰਨ ਤੋਂ ਖਤਮ ਹੋ ਜਾਏਗੀ। ਇਉਂ ਬਚਨ ਬਿਲਾਸ ਕਰਦੇ ਹਾਂ। ਸੂਹੀ ਰਾਗ ਦੇ ਅੰਦਰ ਚੌਥੇ ਸੁਰਤਾਲ ਦੇ ਵਿੱਚ ਇਹ ਸ਼ਬਦ ਉਚਾਰਨ ਕਰ ਰਹੇ ਹਨ। ਭਲੀ ਸੁਹਾਵੀ ਛਾਪਾਰੀ। ਇਹ ਗੁਰਸਿੱਖੋ ਜੋ ਭਾਈ ਹੇਮੇ ਦੀ ਇਹ ਛਪਰੀ ਛੰਨ ਘਾਹ ਫੂਸ ਦੀ ਕੁਟੀਆ ਇਹ ਭਲੀ ਚੰਗੀ ਅਤੇ ਸੁਹਾਵੀ ਸੋਹਮਨੀਕ ਹੈ। ਜਾ ਮਹ ਗੁਣ ਗਾਏ। ਜਿਸ ਵਿੱਚ ਬੈਠ ਕੇ ਅਸੀਂ ਵਾਹਿਗੁਰੂ ਦੇ ਗੁਣ ਗਾਉਣਾ ਕੀਤੇ ਹਨ। ਭਾਈ ਹੇਮੇ ਜੀ ਗੁਣ ਗਾਇਨ ਕਰਦੇ ਹਨ। ਭਾਈ ਹੇਮਾ ਸੁੱਤਾ ਹੀ ਨਹੀਂ ਸਾਰੀ ਰਾਤ, ਮਹਾਰਾਜ ਦੇ ਚਰਨੀ ਘੁੱਟਦਾ ਰਿਹਾ ਅਤੇ ਸਤਿਗੁਰੂ ਜੀ ਨੂੰ ਪੁੱਛਦਾ ਰਿਹਾ। ਸਤਿਗੁਰੂ ਜੀ ਸਾਧ ਸੰਗਤ ਜੀ ਕਥਾ ਕਰਕੇ ਸੁਣਾਉਂਦੇ ਰਹੇ, ਕੀਰਤਨ ਸੁਣਾਉਂਦੇ ਰਹੇ, ਬਾਣੀ ਦੀ ਵਿਚਾਰ ਹੁੰਦੀ ਰਹੀ। ਰਾਤ ਪਤਾ ਹੀ ਨਹੀਂ ਕਿੱਥੇ ਲੰਘ ਗਈ, ਜਾਗਦਿਆਂ ਹੀ, ਸੌਣ ਦਾ ਪਤਾ ਹੀ ਨਹੀਂ। ਅਖੰਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ। ਜਿਵੇਂ
ਕ੍ਰਿਸ਼ਨ ਭਗਵਾਨ ਜੀ ਨੇ ਸੁਦਾਮੇ 'ਤੇ ਕਮੈਂਟ ਕਰਨ ਤੋਂ ਦੁਰਯੋਧਨ ਨੂੰ ਆਖਿਆ ਸੀਗਾ ਕਿ ਹੇ ਦੁਰਯੋਧਨ, ਜਦ ਉਹਨੇ ਕਿਹਾ ਗੋਲੇ ਦੇ ਘਰ ਜਾ ਕੇ ਸੁੱਖ ਹੈ, ਤੂੰ ਗੋਲੇ ਦੇ ਘਰ ਜਾ ਕੇ ਕੀ ਸੁੱਖ ਲਿਆ? ਉਹ ਕਹਿਣ ਲੱਗਾ ਤੈਨੂੰ ਕੀ ਪਤਾ, ਤੂੰ ਤਾਂ ਕਰਪਟ ਬੰਦਾ, ਨਿੰਦਿਆ ਚੁਗਲੀ ਈਰਖਾ ਛਲ ਫਰੇਬ ਵਾਲਾ ਕਰੋਧੀ ਬੰਦਾ, ਤੈਨੂੰ ਕੀ ਪਤਾ ਇਹਨਾਂ ਗੱਲਾਂ ਦਾ? ਰੱਬ ਦੇ ਘਰ ਦੀਆਂ ਗੱਲਾਂ ਤੈਨੂੰ ਕੀ ਪਤਾ, ਤੂੰ ਕੀ ਜਾਣੇ ਸੰਗਤ ਦਾ ਆਨੰਦ ਕੀ ਹੈ? ਸੋ ਕ੍ਰਿਸ਼ਨ ਜੀ ਨੇ ਉਚਾਰਿਆ, ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ, ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ। ਜਦ ਡਾਕਟਰ ਕਹਿ ਦਿੰਦੇ ਨੇ ਨਾ ਵੀ ਤੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਤੇਰੀ ਸ਼ੂਗਰ ਵੱਧ ਗਈ, ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਜਿਹੜੀ ਸਾਦੀ ਰੋਟੀ ਹੁੰਦੀ ਉਹਦੀ ਕੀਮਤ ਕੀ ਹੈ। ਆ ਜਿਹੜੇ ਤੜਕੇ ਤੁੜਕੇ ਮਿਰਚ ਮਸਾਲੇ, ਘਿਓ ਘਿਆ, ਤਲੀਆਂ ਫਲੀਆਂ, ਫਾਸਟ ਫੂਡ, ਇਹ ਚੀਜ਼ਾਂ ਜਦੋਂ ਡਾਕਟਰ ਕਹਿ ਕੇ ਬੰਦ ਕਰਾਉਂਦਾ ਉਦੋਂ ਸੋਝੀ ਆਉਂਦੀ ਹੈ। ਜਿਹੜਾ ਪੁਰਾਣਾ ਜੱਟਾਂ ਵਾਲਾ ਖਾਣਾ ਸੀਗਾ ਉਹਦੇ ਨਾਲ ਦੀ ਕਿਸੇ ਰੀਸ ਤੋੜੋ ਖੜ ਲੈਣੀ। ਹੁਣ ਤਾਂ ਕੈਨੇਡਾ ਅਮਰੀਕਾ ਵਾਲੇ ਗੋਰੇ ਵੀ ਮੰਨ ਗਏ ਨੇ ਵੀ ਸਾਡੇ ਨੂੰ ਇਹ ਚੀਜ਼ਾਂ ਚੰਗੀਆਂ ਹਨ, ਇੰਡੀਅਨ ਖਾਣੇ ਨੂੰ ਉਹ ਪਸੰਦ ਕਰਨ ਲੱਗ ਪਏ ਨੇ ਅਤੇ ਬਣਾਉਣ ਦੀ ਉਹਨਾਂ ਨੇ ਜਾਚ ਸਿੱਖ ਲਈ ਹੈ। ਨਹੀਂ ਤਾਂ ਗੁੱਲੀ ਜੀ ਬਣਾ ਕੇ ਮੂੰਹ 'ਚ ਤੁੰਨੀ ਰੱਖਦੇ, ਰੋਟੀ ਖਾਣ ਦਾ ਪਤਾ ਹੀ ਨਹੀਂ। ਹੁਣ ਉਹ ਵੀ ਪ੍ਰਸ਼ਾਦਾ ਛਕਣ ਲੱਗ ਪਏ ਨੇ। ਸੋ ਭਗਵਾਨ ਜੀ ਕਹਿਣ ਲੱਗੇ ਵੀ ਜਿਹੜਾ ਸਾਗ ਇਹਨੇ ਬਣਾ ਕੇ ਖਵਾਇਆ, ਸਰੋਂ ਦਾ ਸਾਗ ਹੋਵੇ ਬਣਿਆ ਸਹੀ ਤਰੀਕੇ ਨਾਲ, ਅਤੇ ਲੂਣ ਪਾਉਣ ਦੀ ਲੋੜ ਹੀ ਨਹੀਂ, ਬਿਨਾਂ ਹੀ ਲੂਣ ਤੋਂ ਕੋਈ ਇੰਨਾ ਮਿੱਠਾ ਹੁੰਦਾ ਜਿਵੇਂ ਖੰਡ ਪਾਈ ਹੋਵੇ। ਇਸ ਵਾਸਤੇ ਭਗਵਾਨ ਕਹਿਣ ਲੱਗੇ ਉਹਨੂੰ ਲੂਣ ਪਾਉਣ ਦਾ ਚੇਤਾ ਭੁੱਲ ਗਿਆ ਸੀਗਾ, ਇਸ ਕਰਕੇ ਉਹ ਖੀਰ ਕਹਿੰਦੇ ਨੇ ਦੁੱਧ ਨੂੰ। ਦੁੱਧ ਜਿਵੇਂ ਆਪਣੇ ਆਪ 'ਚ ਮਿੱਠਾ ਹੁੰਦਾ, ਇਉਂ ਜਿਹੜੀ ਸਰੋਂ ਅਸਲੀ ਵਧੀਆ ਹੈ ਉਹ ਆਪਣੇ ਆਪ ਦੇ ਵਿੱਚ ਮਿੱਠੀ ਹੁੰਦੀ ਹੈ। ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਮਿੱਠੇ ਦੁੱਧ ਦੀ ਤਰ੍ਹਾਂ ਮੈਂ ਸਾਗ ਦਾ ਸਵਾਦ ਆਨੰਦ ਪਾਇਆ। ਉਹਨੇ ਲੂਣ ਹੀ ਨਹੀਂ ਪਾਇਆ ਅਤੇ ਭਗਵਾਨ ਨੇ ਮੰਗਿਆ ਹੀ ਕੋਈ ਨਹੀਂ। ਗੁਣ ਗਾਵਤ ਰਹਿਣ ਬਿਹਾਨੀ, ਜੋ ਫਾਇਦੇ ਵਾਲੀ ਗੱਲ ਹੋਈ, ਤੇਰੇ ਕੋਲ ਮੈਂ ਆਉਂਦਾ, ਤੂੰ 100 ਚੁਗਲੀਆਂ ਮਾਰਨੀਆਂ, ਨਿੰਦਿਆ ਕਰਨੀ ਸੀ ਪਾਂਡਵਾਂ ਦੀ, ਅਤੇ ਮੈਨੂੰ ਦੁਖੀ ਪਰੇਸ਼ਾਨ ਕਰਨਾ ਸੀ, ਅਤੇ ਇਸ ਵਾਸਤੇ ਤੇਰੀ ਨਿੰਦਿਆ ਚੁਗਲੀ ਤੋਂ ਵੀ ਬਚੇ ਅਤੇ ਮਹਾਰਾਜ ਦੇ ਗੁਣ ਵੀ ਗਾ ਕੇ ਸਮਾਂ ਸਫਲ ਹੋਇਆ। ਗੁਣ ਗਾਵਤ ਰਹਿਣ ਬਿਹਾਨੀ, ਸਾਰੀ ਰਾਤ ਗੁਣ ਗਾਉਂਦਿਆਂ ਬਤੀਤ ਹੋਈ। ਕਬੀਰ ਕੋ ਠਾਕੁਰ ਆਨੰਦ ਵਿਨੋਦੀ, ਜਿਹੜਾ ਕਬੀਰ ਦਾ ਠਾਕੁਰ ਮਾਲਕ ਹੈ ਉਹ ਸੋਨੇ ਦੇ ਮਹਿਲ, ਅਮੀਰਾਂ ਦੀਆਂ ਕੋਠੀਆਂ ਦੇ ਕਾਰਾਂ ਨਹੀਂ ਚਾਹੁੰਦਾ, ਉਹ ਤਾਂ ਭਗਤ ਨਾਮਦੇਵ ਦੀ ਛਪਰੀ 'ਚ ਕਬੀਰ ਦੀ ਕੁੱਲੀ ਦੇ ਵਿੱਚ ਹੀ ਖੁਸ਼ ਹੈ। ਤੋ ਭਗਤ ਰਵਿਦਾਸ ਜੀ ਜੁੱਤੀਆਂ ਗੰਢਦਾ ਹੀ ਉਹਨੂੰ ਚੰਗਾ ਲੱਗਦਾ ਹੈ, ਐਸਾ ਮਹਾਰਾਜ ਦਾ ਸੁਭਾਵ ਹੈ। ਕਹਿੰਦੇ ਕਬੀਰ ਕੋ ਠਾਕੁਰ ਆਨੰਦ ਵਿਨੋਦੀ, ਜਿਹੜਾ ਕਬੀਰ ਦਾ ਮਾਲਕ ਹੈ ਇਹ ਚੋਜੀ ਪ੍ਰੀਤਮ ਹੈ, ਉਹਦੇ ਚੋਜਾਂ ਦਾ ਕੁਛ ਪਤਾ ਨਹੀਂ। ਜਾਤ ਨਾ ਕਾਹੂ ਕੀ ਮਾਨੀ, ਜਾਤ ਤਾਂ ਜਨਮ ਤੋਂ ਬਾਅਦ ਲੋਕਾਂ ਨੇ ਮੰਨੀ ਹੋਈ ਹੈ। ਜੋ ਰੱਬ ਨੇ ਬੰਦਾ ਬਣਾਇਆ ਉਹ ਕਿਸੇ ਜਾਤ 'ਚ ਨਹੀਂ ਬਣਾਇਆ ਹੈ, ਜਾਤ ਤਾਂ ਲੋਕਾਂ ਦੀ ਆਪਣੀ ਬਣਾਈ ਹੋਈ ਹੈ। ਮਹਾਰਾਜ ਕਿਸੇ ਦੀ ਜਾਤ ਪਾਤ ਨਹੀਂ ਮੰਨਦਾ। ਇਸ ਲਈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਨੇ ਖੁਸ਼ ਹੋਏ, ਇੰਨੇ ਪ੍ਰਸੰਨ ਹੋਏ। ਇੱਕ ਵਾਰ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੂੰ 90 ਸਾਲ ਦੀ ਉਮਰ, ਬਜ਼ੁਰਗ ਅਵਸਥਾ, ਉਹ ਬਦੋ ਬਦੀ ਮੁੰਡਿਆਂ ਖਹਿੜਾ ਕੀਤਾ ਅਤੇ ਮੈਂ ਵੀ ਜਿੱਦ ਕੀਤੀ, ਸਮਝ ਲਓ। ਬਿਦਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲਿਫਟ ਉੱਥੇ ਹੈ ਨਹੀਂ ਸੀ, 550 ਪੌੜੀਆਂ ਅਸੀਂ ਚੜ੍ਹਾ ਕੇ ਲੈ ਗਏ। ਵੈਸੇ ਬੇਨਤੀ ਕੀਤੀ ਵੀ ਮਹਾਰਾਜ ਦਾ ਸਰੂਪ ਹੇਠਾਂ ਲੈ ਆਉਂਦੇ ਹਾਂ, ਇੱਥੇ ਤੰਬੂ ਲਾ ਕੇ ਕੀਰਤਨ ਕਰਦੇ ਹਾਂ। ਕਹਿੰਦੇ ਨਹੀਂ, ਜਿੱਥੇ ਮਹਾਰਾਜ ਦਾ ਕਮਰਾ। ਹੁਣ ਇੰਨੀ ਦੂਰੋਂ ਚੱਲ ਕੇ ਆ ਗਏ ਹਜ਼ੂਰ ਸਾਹਿਬ ਤੋਂ, ਖੱਡਿਆਂ ਮੱਡਿਆਂ ਦੇ ਵਿੱਚੋਂ 6-7 ਘੰਟੇ, ਇੰਨੀਆਂ ਕੁ ਪੌੜੀਆਂ ਕੀ ਨੇ, ਬਾਣੀ ਸੁਣਾਓ। ਸਾਹ ਲੈ ਲੈ ਕੇ ਆਪਾਂ
ਉੱਥੇ ਹੀ ਜਾਂਦੇ ਆ। ਉੱਪਰ ਪਹੁੰਚ ਕੇ ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਢੋਲ ਆ ਕੇ ਬੈਠ ਗਏ। ਮੈਂ ਤਾਂ ਸੋਚਿਆ ਵੀ 2 ਸ਼ਬਦ ਪੜ੍ਹਾ ਕੇ ਕਹਿਣਗੇ ਕਥਾ ਕਰੋ ਅਤੇ ਛੇਤੀ ਸਮਾਪਤੀ ਕਰੋ। ਮੈਂ ਮੂੰਹ ਵੱਲ ਵੇਖਾਂ ਵੀ ਮੈਨੂੰ ਕਹਿਣ ਕਥਾ ਕਰ, ਟਾਈਮ ਹੀ ਨਹੀਂ ਦਿੱਤਾ। ਮਹਾਂਪੁਰਖਾਂ ਦੀ ਮੌਜ। ਕਥਾ ਸੁਣਿਆ ਕਰਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਾਵਨ ਮੁਖਾਰ ਬਿਆਨ ਤੋਂ ਕੈਸਟ ਲਾ ਕੇ ਅਤੇ ਬਾਣੀ ਦੇ ਕੀਰਤਨ ਵਿੱਚ ਜ਼ਿਆਦਾ ਆਨੰਦ ਮਾਣਦੇ। ਦੂਜਿਆਂ ਨੂੰ ਕਹਿੰਦੇ ਮੈਂ ਕੀਰਤਨ ਸੁਣਿਆ ਅਤੇ ਚਲੋ ਹੁਣ ਤੁਸੀਂ ਬੈਠ ਕੇ ਕਥਾ ਸੁਣੋ। ਸੋ ਐਸਾ ਉਹਨਾਂ ਦਾ ਸੁਭਾਅ ਸੀਗਾ। ਅਤੇ ਜਿੰਨੇ ਰਾਗੀ ਸਿੰਘ ਕਹਿੰਦੇ ਕੀਰਤਨ ਕਰੀ ਚੱਲੋ। ਲਗਾਤਾਰ 4-5 ਘੰਟੇ ਕੀਰਤਨ ਸੁਣਿਆ ਅਤੇ ਮੁੜ ਕੇ ਕਹਿੰਦੇ ਅਰਦਾਸ ਕਰੋ। ਕਥਾ ਕਰਾਈ ਹੋਈ ਨਹੀਂ। ਕਹਿੰਦੇ ਮੇਰੀ ਸਾਰੀ ਥਕਾਵਟ ਜਿੰਨੀ ਵੀ ਸੀ ਰਸਤੇ ਦੀ ਕੀਰਤਨ ਸੁਣ ਕੇ ਲੈ ਗਈ। ਮਤਲਬ ਬਿਨਾਂ ਹੀ ਸੌਣ ਤੋਂ ਅਸੀਂ ਹੈਰਾਨ ਹੋ ਗਏ। ਕਿੰਨੀ ਭਾਵਨਾ ਹੈ ਗੁਰਮੁਖਾਂ ਦੀ, ਸੰਤਾਂ ਦੀ, ਮਹਾਂਪੁਰਖਾਂ ਦੀ, ਗੁਰ ਕੀ ਬਾਣੀ ਦੇ, ਧੁਰ ਕੀ ਬਾਣੀ ਦੇ। ਸਾਡੇ ਵਰਗਿਆਂ ਦਾ ਤਾਂ ਸਰੀਰ ਕਸ਼ਟ ਮੰਨਦਾ ਹੈ, ਪਰ ਜੇ ਤੇ ਰੱਬ ਦੀ ਕਿਰਪਾ ਹੋ ਜਾਏ ਇਹੀ ਬਾਣੀ ਮਹਾਰਾਜ ਦਾ ਕਥਾ ਕੀਰਤਨ ਸਿਰ ਦਰਦ, ਲੱਕ ਦਰਦ, ਮੁਸ਼ਕਿਲ ਦੀ ਬਜਾਏ ਅਤੇ ਦੁੱਖ ਕਸ਼ਟ ਦੇਣ ਦੀ ਬਜਾਏ ਸਗੋਂ ਤੰਦਰੁਸਤ ਕਰਦਾ ਹੈ, ਬਿਮਾਰੀਆਂ ਤੋਂ ਰਹਿਤ ਅਤੇ ਥਕਾਵਟ ਉਤਾਰਦਾ ਹੈ। ਤੁਸੀਂ ਵੀ ਕਿਤੇ ਇਕਾਗਰਤਾ ਦੇ ਨਾਲ ਵਰਤਿਆ ਕੇ ਵੇਖ ਲਿਓ। 8 ਘੰਟੇ ਹੱਡ ਭੰਨ ਕੇ ਮਿਹਨਤ ਕਰਕੇ ਕਿਤੇ ਢੋਲ ਆ ਕੇ ਘੰਟਾ ਕੀਰਤਨ ਸੁਣ ਲਓ, ਸੌਣ ਦੀ ਲੋੜ ਨਹੀਂ ਪਏਗੀ। ਕੀਰਤਨ ਸੁਣਦਿਆਂ 8 ਘੰਟੇ ਦੀ ਨੀਂਦ ਦਾ ਆਨੰਦ। ਮਹਾਰਾਜ ਕੀਰਤਨ ਜੀ ਸਾਰਾ ਸੁੱਖ ਆਰਾਮ। ਸੁੱਤੇ ਪਿਆਂ ਤੇ ਬੰਦਾ ਉਹ ਕਮਲਾ ਰਹਿੰਦਾ। ਸੁਪਨਿਆਂ ਦੀ ਨੀਂਦ, ਸਿਰ ਦਰਦ, ਥਕਾਵਟ ਲੈਂਦੀ ਨਹੀਂ। ਉੱਠਦਿਆਂ ਸਾਰ ਕਈਆਂ ਤੋਂ ਮੈਂ ਸੁਣਿਆ ਵੀ ਇੰਨਾ ਸੌਂਗੇ ਵੀ ਸਰੀਰ ਇਉਂ ਜਾਪਦਾ ਜਿਸ ਤਰ੍ਹਾਂ 5 ਮਿੰਟ ਵੀ ਨਹੀਂ ਸੁੱਤੇ। ਅਤੇ ਇਸ ਲਈ ਸੁਪਨਿਆਂ ਦੀ ਨੀਂਦ ਦੇ ਵਿੱਚ ਤੰਦਰੁਸਤੀ, ਸੁੱਖ, ਆਰਾਮ ਨਹੀਂ ਹੈ। ਇਕਾਗਰਤਾ ਦੇ ਵਿੱਚ ਸੁੱਖ ਹੈ, ਭਾਵੇਂ ਸੁੱਤੇ ਪਿਆ ਹੋਵੇ ਅਤੇ ਭਾਵੇਂ ਜਾਗਦਿਆਂ ਹੋਵੇ। ਇਸ ਲਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਰੀ ਰਾਤ ਅਖੰਡ ਕੀਰਤਨ ਕਰਦੇ ਰਹੇ। ਗੁਰਮਤਿ ਵਿਚਾਰ ਹੁੰਦੀ ਰਹੀ। ਭਾਈ ਹੀਮਾ ਸੇਵਾ ਦੇ ਵਿੱਚ ਹਾਜ਼ਰ ਰਿਹਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਇਹ ਗੁਰਸਿੱਖੋ, ਭਾਈ ਹੀਮੇ ਦੀ ਜਿਹੜੀ ਛਪਰੀ ਛੰਨ ਹੈ, ਘਾਹ ਫੂਸ ਦੀ ਕੁਟੀਆ, ਇਹ ਭਲੀ ਚੰਗੀ ਅਤੇ ਸੁਹਾਵੀ ਸ਼ੋਭਨੀਕ ਹੈ। ਪੁਰਾਣਾ ਟਾਈਮ ਸੀਗਾ, ਸਿੱਖ ਗਰੀਬ ਹੁੰਦੇ ਸੀਗੇ, ਗੁਰਦੁਆਰੇ ਵੀ ਕੱਚੇ ਹੁੰਦੇ ਸੀ। ਪਾਕਿਸਤਾਨ ਦੇ ਵਿੱਚ ਅਜੇ ਵੀ ਇੱਕ ਗੁਰਦੁਆਰਾ ਕੱਚਾ ਹੈ, ਪਰ ਸਿੱਖਾਂ ਦੇ ਮਨ ਬੜੇ ਪੱਕੇ ਸੀਗੇ। ਸ਼ਰਧਾ ਸੀ, ਸਿਦਕ ਸੀ, ਭਰੋਸਾ ਸੀਗਾ। ਅੱਜ ਗੁਰਦੁਆਰਿਆਂ ਦੀ ਸੋਨਾ ਅਤੇ ਸੰਗੇ ਮਰਮਰ ਲੱਗ ਗਿਆ। ਪ੍ਰਚਾਰ ਵੀ ਵੱਧ ਹੋ ਗਿਆ, ਓਨੀ ਤਰਕਬਾਜ਼ੀ ਹੋ ਗਈ, ਸ਼ਰਧਾ ਘਟ ਗਈ, ਪ੍ਰੇਮ ਘਟ ਗਿਆ ਹੈ। ਪੈਸੇ ਦੀ ਬਹੁਲਤਾ ਹੋ ਗਈ, ਸੁੱਖ ਸਹੂਲਤਾਂ ਜ਼ਿਆਦੀਆਂ ਹੋ ਗਈਆਂ ਅਤੇ ਸਾਡਾ ਜਿਹੜਾ ਮਨ ਹੈ ਉਹ ਢਿੱਲਾ ਪੈ ਗਿਆ। ਜਿਹੜਾ ਵੀ ਮੇਰੇ ਵਰਗਾ ਮੂਰਖ ਉੱਠਦਾ ਉਹ ਸਭ ਤੋਂ ਪਹਿਲਾਂ ਗੁਰਦੁਆਰੇ 'ਤੇ ਤਰਕ ਕਰਦਾ। ਜੇ ਕੋਈ ਬੰਦਾ ਪੁੱਛਣ ਵਾਲਾ ਹੋਵੇ ਵੀ ਆਪਦਾ ਘਰ ਤਾਂ ਦਿਖਾ, ਮੈਨੂੰ ਮਾਫ਼ ਕਰਨਾ ਮੈਂ ਗਲਤ ਨਾ ਬੋਲਾਂ, ਤੂੰ ਗੁਰੂ ਘਰ ਦੇ ਤਾਂ ਨੁਕਸ ਕੱਢਦਾ ਹੈ ਵੀ ਇੱਥੇ ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਆਪਦੇ ਘਰ ਤਾਂ ਲੈ ਕੇ ਜਾ, ਫਿਰ ਪਤਾ ਚੱਲੇ। ਇਸ ਵਾਸਤੇ ਜਿਹੜਾ ਬੰਦਾ ਬਹੁਤਾ ਬੋਲੇ ਉਹਦੀ ਬੈਕਗਰਾਊਂਡ ਚੈੱਕ ਕਰੋ। ਜਿਹੜਾ ਕੋਈ ਮੂਰਖ ਉੱਠਦਾ ਉਹ ਦਸਮ ਗ੍ਰੰਥ ਦੇ ਉੱਪਰ ਜ਼ਰੂਰ ਬੋਲਦਾ ਵਿਰੋਧ ਦੇ ਵਿੱਚ ਕਿ ਇਸ ਤਰ੍ਹਾਂ ਨਹੀਂ, ਇੰਝ ਨਹੀਂ, ਉਂਝ ਨਹੀਂ। ਜੇ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਇਹਨੂੰ ਪੜ੍ਹਿਆ ਹੈ, ਸੰਥਿਆ ਕੀਤੀ ਆ? ਨਹੀਂ ਜੀ, ਸਾਡੇ ਸੰਤਾਂ ਨੇ ਆਖਿਆ ਜਾਂ ਫਲਾਣਿਆਂ ਨੇ ਸਾਨੂੰ ਸਮਝਾਇਆ ਹੈ ਵੀ ਇਹਦੇ ਵਿੱਚ ਆਹ ਹਨ, ਉਹ ਹੈ। ਪੜ੍ਹਿਆ ਆਪ ਹੈ ਨਹੀਂ, ਨਾ ਕਹਿਣ ਵਾਲਿਆਂ ਪੜ੍ਹਿਆ, ਨਾ ਅੱਗੇ ਦੱਸਣ ਵਾਲਿਆਂ ਪੜ੍ਹਿਆ। ਤੋ ਇੱਕ ਦੂਜੇ ਤੋਂ ਸੁਣ ਸੁਣਾ ਕੇ ਗੱਲਾਂ ਵੱਧ ਦੀਆਂ ਵੱਧ ਬਣਾ ਲਈਆਂ। ਬਲਕਿ ਕਲਗੀਧਰ ਮਹਾਰਾਜ ਨੇ
ਪਹਿਲੇ ਭਾਗ ਦੇ ਵਿੱਚ ਤਾਂ ਇੰਨੀ ਜਾਣਕਾਰੀ ਲਿਖੀ ਹੈ। ਹੁਣ ਮੇਰੇ ਵਰਗੇ ਨੂੰ ਸੰਸਕ੍ਰਿਤ ਆਉਂਦੀ ਕੋਈ ਨਹੀਂ, ਅਤੇ ਉਹ ਗ੍ਰੰਥ ਕਿਵੇਂ ਪੜ੍ਹਾਂਗੇ? ਪਹਿਲੀ ਗੱਲ ਤਾਂ ਲੱਭਣੇ ਨਹੀਂ, ਜੇ ਲੱਭ ਗਏ ਤਾਂ ਸੰਸਕ੍ਰਿਤ ਨਹੀਂ ਆਉਂਦੀ। ਦੂਜੇ ਭਾਗ ਦੇ ਵਿੱਚ ਜੇ ਚਰਿੱਤਰ ਲਿਖੇ ਨੇ ਤਾਂ ਜਿਹੜੀ ਸਿਆਣੀ ਬੀਬੀ ਮਾਈ ਭੈਣ ਉਹਦੀ ਤਾਂ ਮਹਾਰਾਜ ਨੇ ਨਿੰਦਿਆ ਨਹੀਂ ਕੀਤੀ। ਤੋ ਜਿਹੜੀਆਂ ਨਿੰਦਣਯੋਗ ਗੱਲਾਂ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਲਿਖ ਕੇ ਸਿੱਖਾਂ ਨੂੰ ਸੁਚੇਤ ਕੀਤਾ ਹੈ। ਹੁਣ ਵੀ ਇਸੇ ਤਰ੍ਹਾਂ ਹੋ ਰਿਹਾ ਹੈ। ਕਲਯੁੱਗ ਦਾ ਭਿਆਨਕ ਸਮਾਂ ਹੈ, ਇਸ ਲਈ ਗੁਰੂ ਮਹਾਰਾਜ ਨੇ ਜੋ ਕੁਛ ਦੁਨੀਆ 'ਚ ਹੁੰਦਾ ਹੈ ਉਹ ਲਿਖ ਕੇ ਦੱਸਿਆ ਹੈ। ਕੋਈ ਮਾੜੀ ਗੱਲ ਨਹੀਂ, ਉਹਦੀ ਸਿੱਖਿਆ ਦਿੱਤੀ ਹੈ। ਤੋ ਇਸ ਵਾਸਤੇ ਸਾਡੇ ਕੋਲ ਨਿੰਦਿਆ ਚੁਗਲੀ ਤੋਂ ਬਗੈਰ ਹੋਰ ਕੋਈ ਦੂਜੀ ਗੱਲ ਹੀ ਨਹੀਂ। ਮਹਾਰਾਜ ਕਹਿੰਦੇ ਵੀ ਗੁਰਦੁਆਰਾ ਭਾਵੇਂ ਸਾਧ ਮਰਾਦਾ ਹੀ ਹੋਵੇ, ਪਰ ਆਪ ਦਾ ਮਨ ਤਗੜਾ ਹੋਣਾ ਚਾਹੀਦਾ। ਅਸੀਂ ਆਪਣੇ ਬੱਚਿਆਂ ਨੂੰ ਮੱਥਾ ਟੇਕਣ ਲੈ ਕੇ ਆਈਏ, ਖੁਦ ਆਪ ਨਿਤਨੇਮ ਕਰੀਏ, ਸੁਣੀਏ, ਗੁਰੂ ਜੀ ਦੀ ਕਥਾ ਕੀਰਤਨ ਦਾ ਆਨੰਦ ਮਾਣੀਏ। ਇਹ ਗੁਰਸਿੱਖੋ, ਇਹ ਭਾਈ ਹੇਮੇ ਦੀ ਛਪਰੀ ਘਾਹ ਫੂਸ ਵਾਲੀ ਕੁਟੀਆ ਚੰਗੀ ਹੈ। ਕਈਆਂ ਗੁਰਮੁਖਾਂ ਨੇ ਆਪਦੇ ਘਰ ਨੂੰ ਗੁਰਦੁਆਰਾ ਬਣਾਇਆ ਹੁੰਦਾ ਅਤੇ ਕਈ ਗੁਰਦੁਆਰੇ ਨੂੰ ਹੀ ਆਪਣੇ ਘਰ ਵਾਂਗੂ ਵਰਤਦੇ ਹਨ। ਗੱਲ ਤਾਂ ਮਾਨਸਿਕ ਸਥਿਤੀ ਦੀ ਹੈ। ਜੈਸਾ ਸਾਡਾ ਮਨ ਹੋਵੇਗਾ ਉਸੇ ਤਰ੍ਹਾਂ ਦਾ ਹੀ ਵਾਤਾਵਰਨ ਅਸੀਂ ਸਿਰਜ ਲਵਾਂਗੇ। ਜੇ ਚੰਗਾ ਬੰਦਾ ਹੈ ਉਹ ਤਾਂ ਜਿੱਥੇ ਵੀ ਬੈਠਦਾ ਉੱਥੇ ਪ੍ਰਭੂ ਦੇ ਗੁਣ ਗਾਉਂਦਾ ਹੈ, ਅਤੇ ਜਿਹੜਾ ਨਿੰਦਿਆ ਚੁਗਲੀ ਮਾੜੀ ਬਿਰਤੀ ਵਾਲਾ ਹੈ ਉਹ ਗੁਰੂ ਘਰ ਵੀ ਆ ਕੇ ਲੜਾਈ ਪਾ ਕੇ ਬੈਠ ਜਾਂਦਾ ਅਤੇ ਜੁੱਤੀ ਲਾ ਕੇ ਭੱਜਣਾ ਫਿਰਦਾ। ਕੋਈ ਫਾਇਦਾ ਹੈ? ਕੋਈ ਲਾਭ ਨਹੀਂ ਹੈ। ਮਾਸ ਦੇ ਉੱਪਰ ਬੋਲੀ ਜਾਣਾ, ਬਲਕਿ ਗੁਰੂ ਕੇ ਲੰਗਰ ਕਿਤੇ ਵੀ ਦਾਲ ਫੁਲਕੇ ਤੋਂ ਬਗੈਰ ਇਹੋ ਜਿਹੀ ਚੀਜ਼ ਇਤਰਾਜ਼ਯੋਗ ਨਹੀਂ ਵਰਤਾਈ ਜਾਂਦੀ। ਜਿੰਨਾ ਮਰਜ਼ੀ ਕੋਈ ਬੋਲੇ, ਪਰ ਗੁਰੂ ਕੇ ਲੰਗਰ 'ਚ ਸਾਧ ਮਰਾਦਾ ਦਾਲ ਫੁਲਕਾ ਹੀ ਹੈ। ਕਿਤੇ ਮਰਜ਼ੀ ਦੇਖ ਲਓ, ਹਜ਼ੂਰ ਸਾਹਿਬ ਚਲੇ ਜਾਓ, ਉੱਥੇ ਵੀ ਲੰਗਰ 'ਚ ਦਾਲ ਫੁਲਕਾ ਹੀ ਵਰਤਦਾ। ਜਿੱਥੇ ਮਰਜ਼ੀ ਚਲੇ ਜਾਓ ਖੀਰ ਕੜਾਹੀ ਤੁਸੀਂ ਛਕੋਗੇ। ਫਿਰ ਨਿੰਦਿਆ ਦਾ ਮਤਲਬ ਕੀ ਹੋਇਆ? ਨਿਹੰਗ ਸਿੰਘ ਸੰਪਰਦਾ ਵਾਲੇ ਗੁਰਮੁਖ ਸ੍ਰੀ ਦਸਮ ਗ੍ਰੰਥ ਦਾ ਪਾਠ ਕਰਦੇ ਨੇ, ਕਥਾ ਕਰਦੇ। ਗਿਆਨੀ ਹਰਭਜਨ ਸਿੰਘ ਢੁੱਡੀਕੀ ਵਾਲਿਆਂ ਨੇ ਉਹ ਤਾਂ ਨੈੱਟ 'ਤੇ ਚਾੜ੍ਹ ਦਿੱਤੀ, ਸੁਣ ਕੇ ਵੇਖੋ। ਬਚਿੱਤਰ ਨਾਟਕ ਦੇ ਵਿੱਚ ਕਲਗੀਧਰ ਨੇ ਆਪ ਦੀ ਸਾਖੀ ਲਿਖੀ ਹੈ, ਅਤੇ ਉਹ ਹਰੇਕ ਗੱਲ 'ਤੇ ਤਰਕ, ਹਰੇਕ ਗੱਲ 'ਤੇ ਤਰਕ, ਐਸਾ ਨਹੀਂ ਹੋਣਾ ਚਾਹੀਦਾ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਸਾਡੀ ਸ਼ਰਧਾ, ਪ੍ਰੇਮ, ਭਰੋਸਾ, ਸਿਦਕ ਵਧਣਾ ਚਾਹੀਦਾ ਹੈ। ਭਾਈ ਹੇਮਾ ਇੱਕ ਬਹੁਤ ਚੰਗਾ ਇਨਸਾਨ ਹੈ, ਜਿਹਦੀ ਛਪਰੀ ਇੱਕ ਗੁਰਦੁਆਰੇ ਦੀ ਤਰ੍ਹਾਂ ਹੈ। ਕਿਉਂਕਿ ਜਿਵੇਂ ਗੁਰੂ ਘਰ ਦੇ ਵਿੱਚ ਕਥਾ ਸੁਣੀਦੀ ਹੈ, ਕੀਰਤਨ ਸੁਣੀਦਾ, ਇਉਂ ਸਾਰੀ ਰਾਤ ਕੀਰਤਨ ਹੁੰਦਾ ਰਿਹਾ, ਪ੍ਰਭੂ ਦੇ ਗੁਣ ਗਾਏ ਜਾਂਦੇ ਰਹੇ। ਇਸ ਲਈ ਗੁਰੂ ਘਰ ਦੀ ਤਰ੍ਹਾਂ ਸ਼ੋਭਨੀਕ ਹੈ ਗੁਰਦੁਆਰਾ ਹਰ ਕੀਰਤਨ ਸੁਣੀਏ। ਸਤਿਗੁਰ ਭੇਟ ਹਰ ਜਸ ਮੁਖ ਪਣੀਐ। ਕਿਤਹਿ ਕਾਮ ਨ ਤੌਲ ਹਰ, ਜਾਮਹਿ ਗੁਣ ਗਾਏ। ਜਿਸ ਛਪਰੀ ਦੇ ਵਿੱਚ ਬੈਠ ਕੇ ਅਸੀਂ ਵਾਹਿਗੁਰੂ ਦੇ ਗੁਣ ਗਾਏ ਨੇ, ਜਾਂ ਭਾਈ ਹੇਮਾ ਜੀ ਗੁਣ ਗਾਇਨ ਕਰਦੇ ਹਨ। ਕਿਤਹਿ ਕਾਮ ਨ ਤੌਲ ਹਰ, ਜਿਹੜੇ ਧੌਲਰ ਚਿੱਟੇ ਰਾਜ ਮੰਦਰ ਖਾਨਪੁਰ ਵਾਲੇ, ਪਠਾਣਾਂ ਦਾ ਪਿੰਡ ਵਾਲੇ, ਅਤੇ ਉਹ ਕਿਸੇ ਵੀ ਕੰਮ ਨਹੀਂ ਹਨ। ਜਿਹੜੇ ਕਿਸੇ ਸੰਤ ਦੇ, ਸਾਧ ਦੇ ਕੰਮ ਨਹੀਂ ਆਏ, ਉਹਨਾਂ ਵੱਡੇ ਵੱਡੇ ਮਕਾਨਾਂ ਦਾ ਕੀ ਫਾਇਦਾ ਹੋਇਆ? ਵੱਡੇ ਵੱਡੇ ਚੁਬਾਰਿਆਂ ਦਾ ਕੀ ਲਾਭ ਹੋਇਆ? ਸੋ ਕਬੀਰ ਸਾਹਿਬ ਜੀ ਦਾ ਵਚਨ ਹੈ, ਕਬੀਰ ਜਾ ਕਰ ਸਾਧ ਨਾ ਸੇਵੀਐ। ਜਿਨ੍ਹਾਂ ਘਰਾਂ ਦੇ ਵਿੱਚ ਸਾਧੂ ਸੰਤਾਂ ਦੀ ਸੇਵਾ ਨਹੀਂ ਹੁੰਦੀ, ਹਰ ਕੀ ਸੇਵਾ ਨਾਹੀਂ, ਹਰੀ ਦਾ ਸਿਮਰਨ ਨਹੀਂ ਹੈ, ਤੇ ਕਰ ਮਰ ਹਟ ਸਾਰਖੇ, ਭੂਤ ਬਸੈ ਤਿਨ ਮਾਹੇ। ਉਹ ਘਰ ਮੜੀਆਂ ਸਮਝੋ, ਰਹਿਣ ਵਾਲੇ ਭੂਤ ਨੇ ਸਮਝੋ। ਘਰ ਮੰਦਰ ਹਟ ਨਾਲੇ ਸੋਹੇ, ਉਹ ਘਰ ਕੱਚੇ ਅਤੇ ਮੰਦਰ ਪੱਕੇ ਸ਼ੋਭਨੀਕ ਹਨ, ਜਿਸ ਵਿੱਚ ਨਾਮ ਨਿਵਾਸੀ ਰਾਮ। ਇਹ ਭਾਈ ਜਿਨ੍ਹਾਂ 'ਚ ਵਾਹਿਗੁਰੂ ਜੀ ਦੇ ਨਾਮ ਦਾ ਵਾਸਾ ਹੈ। ਤੋ ਇਸ ਲਈ ਵੱਡੇ ਵੱਡੇ ਚਿੱਟੇ ਰਾਜ ਮੰਦਰ ਖਾਨਪੁਰ ਵਾਲੇ ਕਿਸੇ ਵੀ ਕੰਮ ਨਹੀਂ ਹਨ। ਜਿਤ ਹਰ ਬਿਸਰਾਏ, ਜਿਹਦੇ ਵਿੱਚ ਰਹਿਣ ਵਾਲੇ ਲੋਕ
ਹਰੀ ਪਰਮੇਸ਼ਰ ਨੂੰ ਭੁਲਾ ਦਿੰਦੇ ਹਨ। ਕਿਸੇ ਵੇਲੇ ਵੀ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਣਾ, ਭੂਤਾਂ ਪ੍ਰੇਤਾਂ ਦੀ ਤਰ੍ਹਾਂ ਇੱਕ ਦੂਜੇ ਨੂੰ ਤੰਗ ਕਰਦੇ ਰਹਿਣਾ। ਭੂਤਾਂ ਦਾ ਕੰਮ ਹੁੰਦਾ ਚੰਬੜ ਕੇ ਕਿਸੇ ਨੂੰ ਦੁੱਖ ਦੇਣਾ, ਚੰਬੜੇ ਰਹਿਣਾ, ਬਸ ਕਲੇ ਕਲੇਸ਼ ਪਾਈ ਰੱਖਣਾ। ਪੁੱਤ ਜੇ ਨੂਰ, ਪੁੱਤ ਨੇ ਮਾਂ ਦੇ ਗਲ ਪਏ ਰਹਿਣਾ ਅਤੇ ਮਾਂ ਨੇ ਨੂੰਹਾਂ ਨਾਲ ਲੜਦੇ ਰਹਿਣਾ। ਇਸ ਲਈ ਪੁੱਤ ਵੀ ਭੂਤ ਨਾ ਅਤੇ ਮਾਂ ਵੀ ਭੂਤ ਨਹੀਂ। ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਜਿਹੜੀ ਜੋਰੂ ਇਸਤਰੀ ਜਿਨ੍ਹਾਂ ਦੀ ਥਾਣੇਦਾਰਨੀ, ਸੋ ਸਿਕਦਾਰਨੀ ਹੈ, ਸਰਦਾਰਨੀ ਹੈ, ਜਿਹਦਾ ਹੁਕਮ ਚੱਲਦਾ। ਤੋ ਜਿੱਥੇ ਪ੍ਰਭੂ ਦਾ ਨਾਮ ਨਹੀਂ ਹੈ, ਇਸੇ ਲਈ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਕਰਵਾਇਆ ਹੈ। ਅਨਪੜ੍ਹ ਮਾਈਆਂ ਨੂੰ ਵੀ ਯਾਦ ਹੈ। ਹਰੇਕ ਪਿੰਡ ਸ਼ਹਿਰ ਵਿੱਚ ਸਭਾ ਸੁਸਾਇਟੀਆਂ ਬਣੀਆਂ ਹੋਈਆਂ ਨੇ। ਕਈ ਹੁਣ ਬਾਬਿਆਂ ਕੋਲ ਪਾਠ ਨਹੀਂ ਕਰਾ ਸਕਦੇ, ਉਹ ਪਹਿਲਾਂ ਤਾਂ 1100 ਚਾਹੀਦਾ, ਫਿਰ ਮਹਾਰਾਜ ਦੇ ਸਰੂਪ ਦੀ ਵੱਡੀ ਮਰਿਆਦਾ ਹੈ, ਅਤੇ ਰੁਮਾਲਾ ਸਾਹਿਬ ਪ੍ਰਸ਼ਾਦ, ਫਿਰ ਬਾਬਾ ਜੀ ਤੋਂ ਟਾਈਮ ਲੈਣਾ ਪੈਣਾ। ਆ ਜਿਹੜੀਆਂ ਸੁਸਾਇਟੀਆਂ ਵਾਲੀਆਂ ਮਾਈਆਂ ਬੀਬੀਆਂ ਜਾਂ ਗੁਰਮੁਖ ਪਿਆਰੇ ਨੇ, ਇਹ ਕਈ ਵਾਰ ਸੇਵਾ 'ਚ ਵੀ ਕਰ ਦਿੰਦੇ, ਅਤੇ ਬਿਨਾਂ ਮਹਾਰਾਜ ਦੇ ਸਰੂਪ ਤੋਂ ਵੀ ਹੋ ਜਾਂਦਾ ਹੈ। ਜੇ ਸਰੂਪ ਦਾ ਪ੍ਰਕਾਸ਼ ਹੋ ਸਕੇ, ਜੇ ਪ੍ਰੋਵੀਜ਼ਨ ਹੈ, ਜਗ੍ਹਾ ਹੈ ਅਤੇ ਸਤਿਕਾਰ ਵਾਲਾ ਸਥਾਨ ਹੈ, ਫਿਰ ਕੋਈ ਹਰਜ ਨਹੀਂ। ਪਰ ਕਈ ਵਾਰ ਜਗ੍ਹਾ ਘੱਟ ਹੁੰਦੀ ਹੈ, ਅਤੇ ਇਸ ਲਈ ਘਰੋਂ ਘਰ ਮਹਾਂਪੁਰਖਾਂ ਨੇ ਕਿਰਪਾ ਕੀਤੀ, ਸੁਖਮਨੀ ਸਾਹਿਬ ਆਰੰਭ ਕਰਾ ਦਿੱਤੇ ਅਤੇ ਸਾਰਿਆਂ ਨੂੰ ਪੰਗਤੀਆਂ ਕੰਠ ਹੋ ਗਈਆਂ। ਉਹਨਾਂ ਮਹਾਂਪੁਰਖਾਂ ਦਾ ਬਚਨ ਹੈ ਵੀ ਜਿੰਨੀ ਵੀ ਉੱਚੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੀਏ, ਓਨਾ ਕਲਯੁਗ ਡਰ ਕੇ ਦੌੜਦਾ ਹੈ। ਉੱਚੀ ਉੱਚੀ ਬੋਲ ਕੇ ਘਰ ਦੇ ਵਿੱਚ ਕਰਨ ਤੋਂ ਕਲੇ ਕਲੇਸ਼ ਦਾ ਖਾਤਮਾ ਹੁੰਦਾ। ਮਹਾਰਾਜ ਨੇ ਆਖਿਆ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਰੀਰ ਰੂਪੀ ਘਰ ਦੇ ਵਿੱਚ ਉਵੇਂ ਹੀ ਦੂਰ ਹੁੰਦਾ। ਇਸ ਲਈ ਕਥਾ ਕੀਰਤਨ ਦੀ ਕੈਸਟੀ ਜੇ ਲੱਗ ਜਾਏ ਤਾਂ ਇਹ ਵੀ ਭਲੇ ਵਾਲੀ ਗੱਲ ਹੈ। ਖੁਦ ਆਪ ਜੇ ਡੇਲੀ ਕਰੀਏ, ਜੇ ਪੂਰਾ ਪਾਠ ਨਹੀਂ ਹੁੰਦਾ, ਬੰਦਾ 12 ਅਸ਼ਟਪਦੀਆਂ ਕਰ ਲਏ, ਅੱਧੇ ਕੁ ਘੰਟੇ ਦਾ ਕੰਮ ਹੁੰਦਾ ਸਾਰਾ। ਜੇ 12 ਵੀ ਨਹੀਂ ਹੁੰਦੀਆਂ ਤਾਂ 4 ਦਿਨਾਂ 'ਚ ਭੋਗ ਪਾ ਲਏ, 15-20 ਮਿੰਟ ਤਾਂ ਜ਼ਿਆਦਾ ਨਹੀਂ। ਅਤੇ ਇਸ ਲਈ ਕਲਯੁਗ ਦਾ ਪ੍ਰਭਾਵ ਖਤਮ ਹੁੰਦਾ ਹੈ। ਗੁਰਬਾਣੀ ਦਾ ਪਹਿਰਾ ਵਰਤਣ ਤੋਂ ਸਾਹਿਬ ਦੀ ਕਿਰਪਾ ਹੁੰਦੀ ਹੈ। ਨਹੀਂ ਤਾਂ ਏਡੇ ਏਡੇ ਵੱਡੇ ਮਕਾਨ ਜਿਨ੍ਹਾਂ 'ਚ ਕੋਈ ਗੁਟਕਾ ਸਾਹਿਬ ਨਹੀਂ ਹੈ ਅਤੇ ਕੋਈ ਗੁਰਬਾਣੀ ਦਾ ਪਾਠ ਜਾਂ ਸਾਧੂ ਸੰਤਾਂ ਦੀ ਸੇਵਾ ਨਹੀਂ, ਜਿਹਦੇ 'ਚ ਮਹਾਰਾਜ ਦਾ ਨਾਮ ਭੁੱਲਿਆ ਹੋਇਆ ਹੈ, ਉਹ ਕਿਸੇ ਵੀ ਕੰਮ ਨਹੀਂ ਹਨ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ, ਆਨੰਦ ਗਰੀਬੇ ਸਾਧ ਸੰਗ। ਪੁਰਾਣਾ ਟਾਈਮ ਸੀਗਾ, ਅਖੰਡ ਪਾਠ 'ਤੇ ਰੌਲ ਲਾਉਣ ਜਾਈਦਾ ਅਤੇ ਕਮਰੇ ਦੇ ਵਿੱਚ ਪਰਾਲੀ ਵਿਛਾ ਕੇ ਉੱਤੇ ਦਰੀ ਵਿਛਾ ਦਿੰਦੇ। ਉਹਦਾ ਆਨੰਦ ਕੁਝ ਵੱਖਰਾ ਹੀ ਸੀਗਾ। ਪੈਲੀਆਂ 'ਚ ਜਾਣਾ ਕੰਮ ਕੁੰਮ ਲਈ, ਅਤੇ ਕਿਤੇ ਦੁਪਹਿਰੇ ਸ਼ਾਮੇ ਥੱਕ ਥੁੱਕ ਕੇ ਪਰਾਲੀ 'ਤੇ ਹੀ ਪੈ ਛੱਡਣਾ। ਤੋ ਸਰਦੀਆਂ ਵਾਲੇ ਦਿਨਾਂ ਦੇ ਵਿੱਚ ਤੂੜੀ ਵਾਲੇ ਕੋਠੇ 'ਚ ਹੀ ਆਰਾਮ ਕਰ ਲੈਣਾ। ਉਹ ਗਰੀਬੀ ਵਾਲਾ ਸਮਾਂ ਸਗੋਂ ਸੁੱਖ ਵਾਲਾ ਸੀਗਾ, ਆਨੰਦ ਵਾਲਾ ਸੀਗਾ। ਹੁਣ ਏਸੀ ਵੀ ਸਰੀਰ ਨੂੰ ਦੁੱਖ ਦਿੰਦਾ ਹੈ। ਇੰਨੀਆਂ ਸਹੂਲਤਾਂ ਪਰਮਾਤਮਾ ਨੇ ਪੈਦਾ ਕਰ ਦਿੱਤੀਆਂ ਅਤੇ ਬਿਮਾਰੀਆਂ ਸਗੋਂ ਵੱਧ ਗਈਆਂ, ਸਰੀਰ ਨੂੰ ਕਸ਼ਟ ਜ਼ਿਆਦਾ ਹੋਣ ਲੱਗ ਪਿਆ। ਇਉਂ ਬਾਹਰੀ ਤੌਰ 'ਤੇ ਵੀ ਦੁੱਖਾਂ ਦਾ ਕਾਰਨ ਹੈ ਜਿਹੜੀ ਅਮੀਰੀ ਹੈ। ਜਿੰਨਾ ਪੈਸਾ ਜਿੱਥੇ ਵੱਧ ਹੈ, ਜਿੰਨੀ ਪੈਸੇ ਦੀ ਕੀਮਤ ਜ਼ਿਆਦਾ ਹੈ, ਉਨੀ ਉੱਥੇ ਲੜਾਈ ਜ਼ਿਆਦਾ ਹੈ। ਜਿੰਨਾ ਪੈਸਾ, ਜਿੰਨਾ ਖਜ਼ਾਨਾ ਘੱਟ ਹੈ, ਪੈਸੇ ਦੀ ਕੀਮਤ ਘੱਟ ਹੈ, ਉਨੀ ਲੜਾਈ ਘੱਟ ਹੈ। ਤੋ ਇਸ ਲਈ ਗਰੀਬੀ ਵਾਲੀ ਅਵਸਥਾ ਦੇ ਵਿੱਚ ਜਿਹੜਾ ਆਨੰਦ ਹੈ, ਇਹ ਕੁਝ ਵੱਖਰਾ ਹੀ ਆਨੰਦ ਹੈ। ਜੀਤਾ ਪ੍ਰਭ ਚਿਤ ਆਏ, ਜਿਸ ਕਰਕੇ ਸਾਧੂਆਂ ਦੀ ਸੰਗਤ ਦੁਆਰਾ ਪਰਮੇਸ਼ਰ ਚੇਤੇ ਆਉਂਦਾ ਹੈ। ਅਮੀਰੀ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਘੱਟ ਚੇਤੇ ਆਉਂਦਾ ਹੈ।
ਗਰੀਬੀ ਦੇ ਵਿੱਚ ਜ਼ਿਆਦਾ ਚੇਤੇ ਆਉਂਦਾ, ਕਿਉਂਕਿ ਦੁੱਖ ਹੁੰਦਾ ਹੈ, ਦੁੱਖ ਦੇ ਵਿੱਚ ਜ਼ਿਆਦਾ ਨਾਮ ਜਪਿਆ ਜਾਂਦਾ। ਜਲ ਜਾਓ ਇਹੋ ਬੜਪਨਾ, ਇਸ ਲਈ ਇਹੋ ਜਿਹਾ ਵੱਡਾ ਪੁਣਾ ਸੜ ਜਾਵੇ ਜਿਹੜਾ ਪਠਾਣਾ ਵਾਲਾ ਹੈ। ਕਿਸੇ ਪ੍ਰੇਮੀ ਨੂੰ ਆਏ ਗਏ ਰਾਹਗੀਰ ਨੂੰ ਰਹਿਣ ਵਾਸਤੇ ਜਗ੍ਹਾ ਹੀ ਨਹੀਂ ਦੇਣੀ। ਮਾਇਆ ਲਪਟਾਏ, ਜਿਸ ਕਰਕੇ ਲੋਕ ਦਿਨ ਅਤੇ ਰਾਤ ਮਾਇਆ ਦੇ ਵਿੱਚ ਹੀ ਲੰਬਟ ਹੋਏ ਰਹਿੰਦੇ ਨੇ। ਤੀਲੀ ਲਾ ਕੇ ਉਸ ਅਮੀਰੀ ਨੂੰ, ਉਸ ਵੱਡੇਪਣੇ ਨੂੰ ਫੂਕ ਕੇ ਸਾੜ ਕੇ ਸਵਾਹ ਕਰ ਸੁੱਟੋ। ਪੇਸਨ ਪੇਸ ਓਡ ਕਮਰੇ, ਸੋ ਜਿਹੜਾ ਪੁੰਜੇ ਸੌਣ ਵਾਲਾ ਆਨੰਦ ਹੈ ਉਹ ਗੱਦਿਆਂ ਦਾ ਥੋੜ੍ਹੀ ਹੈ। ਅਤੇ ਜਿਹੜਾ ਆ ਬਿਜਲੀ ਵਾਲੀ ਚੱਕੀ ਹੈ, ਇਹਦੇ ਵਿੱਚ ਆਟਾ ਪੀਸਣ ਤੋਂ, ਕਣਕ ਤੋਂ, ਆਟੇ 'ਚੋਂ ਅੱਗ ਨਿਕਲਣ ਦੇ ਨਾਲ ਕਈ ਜਿਹੜੇ ਗ੍ਰੇਡੀਐਂਟ ਹਨ, ਉਹ ਜਿੰਨੇ ਤੱਤ ਹੁੰਦੇ ਨੇ ਤਾਕਤ ਵਾਲੇ, ਉਹਨਾਂ ਦੇ ਵਿੱਚੋਂ 80% ਸੜ ਜਾਂਦੇ ਨੇ। ਜਿਹੜੀਆਂ ਹੱਥਾਂ ਵਾਲੀਆਂ ਚੱਕੀਆਂ ਮਾਈਆਂ ਬੀਬੀਆਂ ਆਪਦੇ ਘਰ 'ਚ ਰੱਖੀਆਂ ਹੁੰਦੀਆਂ ਸੀ, ਇੱਕ ਤਾਂ ਸਰੀਰ ਤੰਦਰੁਸਤ ਰਹਿੰਦਾ, ਇੱਕ ਤਾਜ਼ਾ ਆਟਾ, ਉਹ 'ਚੋਂ ਅੱਗ ਨਹੀਂ ਨਿਕਲਦੀ। ਜਾਂ ਪੁਰਾਣੇ ਪਾਣੀ ਵਾਲੇ ਘਰਾਟ ਹੁੰਦੇ ਸਨ, ਜਿੱਥੇ ਪਾਣੀ ਦਾ ਫਲੋ ਹੋਣਾ, ਉੱਥੇ ਘਰਾਟਾਂ ਨਾਲ ਆਟਾ ਪੀਸਿਆ ਜਾਂਦਾ ਸੀਗਾ। ਸੋ ਚੱਕੀ ਨਾਲ ਆਪਣੇ ਹੱਥੀਂ ਦਾਣੇ ਪੀਸ ਕੇ ਰਾਹੀਆਂ ਨੂੰ ਪ੍ਰਸ਼ਾਦਾ ਛਕਾਉਣਾ, ਅਤੇ ਉੱਪਰ ਇੱਕ ਕੰਬਲੀ ਹੋਈ ਪੈਰ ਕੇ ਰਹਿਣ ਦੇ ਵਿੱਚ ਜਿਹੜਾ ਆਨੰਦ ਹੈ, ਉਹ ਸਾਧ ਸੰਗਤ ਜੀਓ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਪ੍ਰਾਪਤ ਹੋਣਾ ਬਹੁਤ ਜ਼ਿਆਦਾ ਦੁਰਲੱਭ ਹੈ। ਇੱਕ ਮਹਾਂਪੁਰਖਾਂ ਦੇ ਵਿਦਿਆਰਥੀ, ਵੱਡੇ ਸੰਤਾਂ ਦੇ ਜਿੰਨੇ ਵੀ ਵਿਦਿਆਰਥੀ ਨੇ, ਉਹਨਾਂ ਸਾਰਿਆਂ ਦੇ ਵਿੱਚ ਵੱਖੋ ਵੱਖਰੇ ਗੁਣ ਹਨ। ਆ ਗਿਆਨੀ ਇੰਦਰਜੀਤ ਸਿੰਘ ਜੀ ਤੁਹਾਡੇ ਪਾਸ ਹੀ ਚੰਡੀਗੜ੍ਹ ਯੂਨੀਵਰਸਿਟੀ ਕਢੂਏ ਦੇ ਨਜ਼ਦੀਕ ਰਹਿੰਦੇ, ਉਹਨਾਂ ਦਾ ਵੱਖਰਾ ਹੀ ਗੁਣ ਹੈ। ਉਹ ਗ੍ਰਸਤੀ ਬੰਦੇ ਨੂੰ ਪਸੰਦ ਨਹੀਂ ਕਰਦੇ, ਅਤੇ ਜਿਹੜਾ ਵੀ ਕੋਈ ਬਚਨ ਕਰੇ ਉਹ ਤੋਂ ਉਲਟ ਬਚਨ ਕਰਕੇ ਗੁਰਮਤਿ ਸਿੱਧ ਕਰ ਦਿੰਦੇ। ਵਿਦਵਤਾ ਕਮਾਲ ਦੀ, ਮਹਾਂਪੁਰਖਾਂ ਦੇ ਅਥਾਹ ਸ਼ਰਧਾ ਅਤੇ ਭਜਨ ਬੰਦਗੀ ਦੇ ਵਿੱਚ ਲੀਨ ਆਤਮਾ ਸਾਰੀ ਜ਼ਿੰਦਗੀ। ਸੋ ਡਾਂਗ ਦੇ ਡੇਰਾ ਰੱਖ ਕੇ ਗੁਜ਼ਾਰੀ, ਕੋਈ ਲੋਭ ਲਾਲਚ ਨਹੀਂ ਕੀਤਾ। ਸੋ ਗਿਆਨੀ ਸੁਰਜੀਤ ਸਿੰਘ ਜੀ ਸੋਧੀ, ਉਹ ਸਰੀਰ ਦੀ ਸੁੱਚ ਪਿੱਤਰਤਾ ਦੇ ਵਿੱਚ ਹੀ ਬੜੇ ਪ੍ਰਸਿੱਧ ਨੇ। ਮਾੜਾ ਮੋਟਾ ਕਿਸੇ ਦਾ ਹੱਥ ਵੀ ਨਹੀਂ ਲੱਗਣ ਦੇਣਾ, ਛੂਹਣਾ ਤਾਂ ਬੜੀ ਦੂਰ ਦੀ ਗੱਲ। ਬਾਣੀ ਦੀ ਇੰਨੀ ਸ਼ਰਧਾ ਅੱਠੇ ਪੈਰ, ਸੰਥਿਆ ਦੇ ਬਾਨੇ ਗੁਰਬਾਣੀ ਸੁਣਦੇ ਰਹਿਣਾ। ਇੱਕ ਗਿਆਨੀ ਜਸਵੰਤ ਸਿੰਘ ਜੀ ਦੋਧਰ ਵਾਲੇ ਹੋਏ ਨੇ, ਜਗਰਾਓਂ ਦੇ ਨਜ਼ਦੀਕ ਦੋਧਰ ਨਗਰ ਹੈ। ਉਹਨਾਂ ਨੇ ਗੱਡੀ ਦੇ ਵਿੱਚ ਵੀ ਡਿੱਗੀ ਦੇ ਵਿੱਚ ਚੱਕੀ ਰੱਖੀ ਹੁੰਦੀ। ਹੁਣ ਦਾ ਤਾਂ ਪਤਾ ਨਹੀਂ, ਕਿਉਂਕਿ ਸਰੀਰ ਬਹੁਤਾ ਹੀ ਬਜ਼ੁਰਗ ਹੋ ਗਿਆ ਹੋਊਗਾ। ਪਰ ਜਦੋਂ ਦੇ ਮੈਂ ਦਰਸ਼ਨ ਕੀਤੇ, ਉਹ ਕੈਨੇਡਾ 'ਚ ਵੀ ਚੱਕੀ ਲੈ ਕੇ ਗਏ, ਜਹਾਜ਼ ਦੇ ਵਿੱਚ ਵੀ। ਜਿਹੜਾ ਵੀ ਕੋਈ ਜਾਏ, ਕਹਿੰਦੇ ਇਹੀ ਸਿੱਖਿਆ ਦਿੰਦੇ, ਭਾਈ ਆਪਣੇ ਹੱਥੀਂ ਆਪ ਦਾ ਆਟਾ ਜੋ ਛਕਣ ਵਾਲਾ, ਆਪ ਦੇ ਹੱਥੀਂ ਚੱਕੀ ਨਾਲ ਪੀਸ ਕੇ ਉਹਨੂੰ ਆਟੇ ਨੂੰ ਤਿਆਰ ਕਰੋ। ਜਿਹੜਾ ਪਾਣੀ ਹੈ ਉਹ ਸਰਕਾਰੀ ਟਿਊਬਵੈੱਲ ਡੂੰਘਾ ਲੱਗਾ ਹੁੰਦਾ, ਉੱਥੋਂ ਛਕੋ। ਆ ਨਾਮਧਾਰੀ ਖੂਹ ਦਾ ਪਾਣੀ ਪੀਂਦੇ ਹਨ। ਤੋ ਇੰਝ ਇਹ ਪੁਰਾਤਨ ਮਰਯਾਦਾ, ਤੰਦਰੁਸਤੀ ਦੀਆਂ ਨਿਸ਼ਾਨੀਆਂ। ਕਹਿੰਦੇ ਪੱਖੇ ਥੱਲੇ ਨਾ ਸੋਵੋ। ਇੱਕ ਵਾਰ ਗੁਰਦੁਆਰਾ ਸੋ ਮੰਜੀ ਸਾਹਿਬ ਦੀਵਾਨ ਹਾਲ ਹਰਿਮੰਦਰ ਸਾਹਿਬ, ਉਹਦੇ ਨਜ਼ਦੀਕ ਨਾਨਕ ਨਿਵਾਸ, ਉੱਥੇ ਮੈਂ ਦਰਸ਼ਨ ਕਰਨ ਗਿਆ, ਅਤੇ ਕੋਠੇ 'ਤੇ ਮੱਛਰਦਾਨੀ ਲਾਈ ਹੋਈ ਸਰਾਂ ਦੇ ਵਿੱਚ। ਕਹਿੰਦੇ ਪੱਖੇ ਥੱਲੇ ਨਹੀਂ ਸੋਈਂਦਾ। ਏਸੀ ਵਾਲਾ ਕਮਰਾ ਦਿੱਤਾ ਪ੍ਰਬੰਧਕਾਂ ਨੇ, ਪੋਥੀਆਂ ਦੀ ਛਪਾਈ ਲਈ ਅੰਮ੍ਰਿਤਸਰ ਆਏ, ਅਤੇ ਉਹ ਸਾਰੇ ਕਮਰੇ ਨੂੰ ਜਿੰਦਰਾ ਮਾਰ ਕੇ, ਅਤੇ ਮੈਂ ਲੱਭਾਂ ਉਹ ਕੋਠੇ 'ਤੇ ਮੰਜਾ ਡਾਹਿਆ, ਮੱਛਰਦਾਨੀ ਲਾਈ। ਕਹਿੰਦੇ ਜਿਹੜੇ ਆਕਾਸ਼ ਹੇਠਾਂ ਮੱਛਰਦਾਨੀ ਲਾ ਕੇ ਸੌਣਾ, ਇਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ। ਪੱਖੇ ਥੱਲੇ, ਏਸੀ ਥੱਲੇ ਤਾਂ ਹੱਡ ਗੋਡੇ ਜੁੜ ਜਾਂਦੇ ਨੇ। ਸੋ ਪੁਰਾਣਾ ਟਾਈਮ ਸੀਗਾ। ਸੱਚੇ ਪਾਤਸ਼ਾਹ ਕਥਨ ਕਰਦੇ ਨੇ, ਪੀਸਨ ਪੀਸ ਓਢ ਕਾਮਰੀ। ਜਿਹੜਾ ਚੱਕੀ ਨਾਲ ਆਪਣੇ ਹੱਥੀਂ ਦਾਣੇ ਪੀ ਕੇ ਫਿਰ ਰਾਹੀਆਂ ਨੂੰ ਪ੍ਰਸ਼ਾਦਾ ਛਕਾਉਣਾ,
ਤੇ ਉੱਪਰ ਇੱਕ ਕੰਬਲੀ ਦੇ ਨਾਲ ਹੀ ਟਾਈਮ ਗੁਜ਼ਾਰ ਲੈਣਾ। ਸੁਖ ਮਨ ਸੰਤੋਖਾ ਏ। ਜਿਹੜਾ ਇਹਦਾ ਆਨੰਦ ਹੈ ਇਹ ਕੁਝ ਵੱਖਰਾ ਹੀ ਹੈ, ਜਿਸ ਕਰਕੇ ਮਨ ਨੂੰ ਸੁੱਖ ਤੇ ਸੰਤੋਖ ਆਉਂਦਾ ਹੈ। ਐਸੋ ਰਾਜ ਨ ਕਿਤੈ ਕਾਜ। ਇਹੋ ਜਿਹਾ ਦੁਨਿਆਵੀ ਰਾਜ ਕਿਸੇ ਵੀ ਕੰਮ ਨਹੀਂ ਹੈ। ਜਿਤ ਨਹਿ ਤ੍ਰਿਪਤਾਏ। ਜਿਸ ਰਾਜ ਕਰਕੇ ਵੱਡੇ ਵੱਡੇ ਚੱਕਰਵਰਤੀ ਪਾਤਸ਼ਾਹ ਵੀ ਅੱਜ ਤੱਕ ਰਜੇ ਨਹੀਂ। ਜਿਹੜਾ ਰਜਿਆ ਹੋਵੇ ਉਹਨੂੰ ਰਾਜਾ ਕਹੀਦਾ ਹੈ, ਪਰ ਜਿਹੜੇ ਅੱਜ ਕੱਲ੍ਹ ਦੇ ਰਾਜੇ ਨੇ ਉਹ ਰਾਜੇ ਨਹੀਂ, ਉਹ ਤਾਂ ਭੁੱਖੇ ਹਨ। ਆਮ ਗਰੀਬ ਬੰਦੇ ਦੇ ਨਾਲੋਂ ਵੀ ਉਹਨਾਂ ਦੀ ਮਾਨਸਿਕ ਸਥਿਤੀ ਸਹੀ ਨਹੀਂ ਹੈ। ਜਿੰਨਾ ਮਰਜ਼ੀ ਕੋਈ ਮੰਤਰੀ ਕੋਈ ਰਾਜਾ ਹੋਵੇ ਅਤੇ ਉਹ ਜਿਸ ਤਰ੍ਹਾਂ ਦਾ ਲੰਗਰ ਗੁਰਦੁਆਰੇ ਚੱਲਦਾ ਹੈ, ਇੱਥੇ ਵੇਖ ਲਓ, ਕੋਈ ਤਨਖਾਹ ਨਹੀਂ, ਕੋਈ ਫੈਕਟਰੀ ਦਾ ਕੋਈ ਕਮਾਈ ਦਾ ਸਾਧਨ ਨਹੀਂ, ਕੋਈ ਪੈਲੀ ਬੰਨੇ ਦਾ ਠੇਕਾ ਨਹੀਂ, ਸਭ ਰੱਬ ਦੇ ਆਸਰੇ। ਸੰਗਤਾਂ ਜੋ ਤਿਲ ਫੁੱਲ ਲਿਆਉਂਦੀਆਂ ਨੇ ਉਹੀ ਲੰਗਰ ਦੇ ਵਿੱਚ ਬਣਦਾ ਅਤੇ ਉਹਦਾ ਹੀ ਘਾਟਾ ਨਹੀਂ ਆਉਂਦਾ। ਜਿੰਨਾ ਮਰਜ਼ੀ ਕੋਈ ਵੱਡਾ ਮੰਤਰੀ ਖਜ਼ਾਨੇ ਦਾ ਮਾਲਕ ਹੋਵੇ ਇਸ ਤਰ੍ਹਾਂ ਦਾ ਲੰਗਰ ਚਲਾ ਕੇ ਵਿਖਾਏ। ਸਮਾਗਮਾਂ ਦੇ ਵਿੱਚ ਮੈਂ ਵੇਖਿਆ, ਇੱਥੇ ਚੱਪੜਚਿੜੀ ਸਮਾਗਮ ਹੋਇਆ ਸੀ ਤਾਜਪੋਸ਼ੀ ਦਾ, ਅਤੇ ਰੋਟੀਆਂ ਮੁੱਕ ਗਈਆਂ, ਲੋਕਾਂ ਖੋ ਖਾਧੀਆਂ ਤਾਂ ਵੀ ਨਹੀਂ ਮਿਲੀਆਂ। ਗੇਂਦਾਂ ਦੇ ਵਾਂਗੂ ਇੱਕ ਦੂਜੇ ਤੋਂ ਖੋਹਦੇ ਅਤੇ ਇੱਕ ਦੂਜੇ ਨੂੰ ਸੁੱਟਦੇ ਸਨ। ਇੰਨੀ ਪੁਕਾਰ ਪੈ ਗਈ। ਸਮਾਗਮ ਸੀ ਰਾਜਿਆਂ ਦਾ, ਅਤੇ ਇਸ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਮਨ ਦੇ ਵਿੱਚ ਸੰਤੋਖ ਹੋਣਾ ਅਤੇ ਕਿਸੇ ਨੂੰ ਆਪਦੇ ਹੱਥੀਂ ਸੇਵਾ ਕਰਨੀ। ਸੇਵਾ ਤਾਂ ਕੀ ਕਰਨੀ, ਛਕਾਉਣਾ ਦਾ ਕੀ ਹੈ, ਪਸ਼ੂਆਂ ਦਾ ਚਾਰਾ ਘੁਟਾਲਾ ਕਰਕੇ ਖਾ ਜਾਂਦੇ। ਸੋ ਜੋ ਵੀ ਗਰੀਬਾਂ ਨੂੰ ਗਰੰਟਾਂ ਮਿਲਦੀਆਂ ਉਹ ਰਾਹ ਦੇ ਵਿੱਚ ਹੀ ਹੜੱਪ ਹੋ ਜਾਂਦੀਆਂ। ਜੇ ਪਿੱਛੋਂ 100 ਰੁਪਈਆ ਤੁਰਿਆ ਅਤੇ ਮਸਾਂ ਹੀ 50 ਪੈਸੇ ਪਿੰਡ ਤੱਕ ਘਰ ਤੱਕ ਪਹੁੰਚਦੇ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਉਹ ਰਾਜਾ ਨਹੀਂ ਹੈ। ਇਹੋ ਜਿਹਾ ਦੁਨਿਆਵੀ ਰਾਜ ਕਿਸ ਕੰਮ, ਜਿਹਦੇ ਨਾਲ ਕੋਈ ਤ੍ਰਿਪਤ ਨਹੀਂ ਹੋਣਾ ਹੈ, ਸਗੋਂ ਅਗਲੇ ਕੋਲੋਂ ਵੀ ਖੋਹ ਲੈਣਾ ਹੈ। ਨਗਨ ਫਿਰਤ ਰੰਗ ਏਕ ਕੈ। ਇੱਕ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਵਿੱਚ ਭਾਵੇਂ ਵਸਤਰਾਂ ਤੋਂ ਬਿਨਾਂ ਜਿਹੜੇ ਸਾਧੂ ਸੰਤ ਨੇ, ਕਾਰ ਸੇਵਾ ਵਾਲੇ ਵੇਖੋ ਖੱਦਰ ਦੀਆਂ ਕੁੜਤੀਆਂ ਪਾਈ ਫਿਰਦੇ, ਇਉਂ ਨੰਗੇ ਫਿਰਦੇ ਹਨ। ਸੰਤ ਬਾਬਾ ਬੀਰਮਦਾਸ ਜੀ ਉਹ ਨਾਂਗੇ ਸਾਧੂ ਸਨ, ਜਿਨ੍ਹਾਂ ਤੋਂ ਕਾਰ ਸੇਵਾ ਸੰਪਰਦਾ ਦੀ ਬਖਸ਼ਿਸ਼ ਹੋਈ। ਗੁਰਮੁਖ ਪਿਆਰੇ ਸੰਤ ਮਹਾਂਪੁਰਖ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੇ ਉਹਨਾਂ ਤੋਂ ਵਰ ਲਿਆ। ਸੋ ਐਸੇ ਮਹਾਂਪੁਰਖ ਜਿਹੜੇ ਬਿਨਾਂ ਵਸਤਰਾਂ ਤੋਂ ਫਿਰਦੇ ਨੇ, ਉਹ ਸੋਭਾ ਪਾਏ। ਉਹ ਲੋਕ ਅਤੇ ਪਰਲੋਕ ਦੇ ਵਿੱਚ ਨਾਮ ਜਪਣ ਕਰਕੇ ਵਡਿਆਈ ਪਾਉਂਦੇ ਨੇ। ਸਾਨੂੰ ਕੱਪੜਿਆਂ ਦਾ ਵਾਰ ਨਹੀਂ ਆਉਂਦਾ, ਨਿੱਤ ਨਵੇਂ ਵਸਤਰ ਇੰਨੇ ਨੇ ਮਹਿੰਗੇ। ਸੋ ਜਿਹੜਾ ਲੋੜ ਤੋਂ ਵੱਧ ਜਮ੍ਹਾਂ ਕਰਨਾ, ਸਮਝ ਲਓ ਕਿ ਕਿਸੇ ਦਾ ਹਿੱਸਾ ਆਪਾਂ ਆਪ ਦੇ ਕੋਲ ਰੱਖਿਆ ਹੋਇਆ ਹੈ। ਇਹਦੇ ਨਾਲ ਹੀ ਮਹਿੰਗਾਈ ਵੱਧਦੀ ਹੈ। ਤਾਂ ਇਸ ਲਈ ਮਹਾਰਾਜ ਕਹਿੰਦੇ ਨੇ, ਪਾਟ ਪਟੰਬਰ ਬਿਰਥਿਆ। ਜਿਹੜੇ ਸੂਤੀ ਬਸਤਰ ਅਤੇ ਪਟੰਬਰ ਰੇਸ਼ਮੀ ਬਸਤਰ ਪਹਿਰੇ ਹੋਏ ਉਹ ਵਿਅਰਥ ਨੇ। ਕਈ ਕਹਿੰਦੇ ਆਪਾਂ ਤਾਂ ਜੀ ਸੂਤੀ ਕੱਪੜੇ ਪਾਉਂਦੇ ਆ। ਸੂਤੀ ਵੀ ਕਿਹੜਾ ਸਸਤੇ ਨੇ, ਉਹ ਦੂਜਿਆਂ ਨਾਲੋਂ ਸਗੋਂ ਮਹਿੰਗੇ ਹਨ। ਤਾਂ ਇਸ ਲਈ ਜੇ ਮਨ ਦੇ ਵਿੱਚ ਸੰਤੋਖ ਨਹੀਂ, ਸਤੋਗੁਣ ਨਹੀਂ ਹੈ, ਜਿਨ੍ਹਾਂ ਦੇ ਵਿੱਚ ਸੋ ਮਨ ਦੇ ਵਿੱਚ ਹੰਕਾਰ ਹੋਣਾ, ਵੱਡਾਪੁਣਾ ਆਉਣਾ ਹੈ, ਉਹ ਵਿਅਰਥ ਹਨ। ਜਿਤ ਰਚ ਜਿਹ ਰਚ ਲੋਭਾਏ। ਜਿਨ੍ਹਾਂ ਵਿੱਚ ਰਸ 'ਚ ਖਚਤ ਹੋ ਕੇ, ਮਸਤ ਹੋ ਕੇ ਜੀਵ ਲੁਭਾਏ ਮਨ ਹੋ ਜਾਂਦੇ ਹਨ। ਇੱਕ ਰਵਿਦਾਸ ਜੀ ਦਾ ਪ੍ਰੇਮੀ, ਉਹਦੇ ਮੁੰਡੇ ਦਾ ਵਿਆਹ, ਅਤੇ ਰਵਿਦਾਸ ਜੀ ਉਹਨੂੰ ਵੀ ਕਾਰਡ 'ਤੇ ਡੱਬਾ ਦੇਣ ਆ ਗਿਆ, ਮਤਲਬ ਇਨਵੀਟੇਸ਼ਨ, ਸੱਦਾ ਪੱਤਰ। ਕਹਿੰਦੇ ਭਗਤ ਜੀ ਮੇਰੇ ਮੁੰਡੇ ਦੇ ਵਿਆਹ 'ਤੇ ਆਇਓ। ਭਗਤ ਜੀ ਕਹਿੰਦੇ ਭਾਈ ਆਪਾਂ ਤਾਂ ਸੰਤ ਲੋਕ ਹਾਂ, ਵਿਆਹਾਂ ਸ਼ਾਦੀਆਂ 'ਤੇ ਨਹੀਂ ਫਾਬੀ ਦਾ, ਅਤੇ ਤੂੰ ਸਾਨੂੰ ਮਾਫ਼ ਕਰ। ਕਹਿੰਦਾ ਜੀ ਨਹੀਂ, ਬਹੁਤਾ ਪ੍ਰੇਮੀ ਸੀਗਾ। ਅਤੇ ਬਦੋ ਬਦੀ ਭਗਤ ਜੀ ਨੂੰ ਮਨਾ ਹੀ ਲਿਆ, ਬਦੋ ਬਦੀ ਲੈ ਗਿਆ ਜੀ। ਅਤੇ
ਭਗਤ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਆ ਮੈਂ ਤੁਹਾਡੇ ਲਈ ਨਵਾਂ ਪੋਸ਼ਾਕਾ ਬਣਾਇਆ ਹੈ, ਇਹ ਆਪ ਜੀ ਪਹਿਨ ਲਓ। ਕਹਿੰਦੇ ਭਾਈ ਅਸੀਂ ਇਸ ਤਰ੍ਹਾਂ ਹੀ ਚੰਗੇ ਹਾਂ ਸਾਦੇ ਕੱਪੜਿਆਂ 'ਚ। ਕਹਿੰਦੇ ਜੀ ਨਹੀਂ, ਇਹ ਮੇਰੀ ਸ਼ਰਧਾ ਹੈ। ਭਗਤ ਜੀ ਨੂੰ ਨਵੇਂ ਵਸਤਰ ਬਧੋ ਬਧੀ ਪਹਿਨਾ ਦਿੱਤੇ ਅਤੇ ਇੱਕ ਸੋਹਣੀ ਸ਼ਿੰਗਾਰੀ ਘੋੜੀ 'ਤੇ ਚੜ੍ਹਾ ਦਿੱਤਾ। ਉਹ ਜਦ ਭਗਤ ਰਵਿਦਾਸ ਜੀ ਘੋੜੀ 'ਤੇ ਚੜ੍ਹੇ, ਨਵਾਂ ਸੁੰਦਰ ਪੋਸ਼ਾਕਾ ਪਹਿਨੇ ਹੋਏ, ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਇੱਕਦਮ ਛਾਲ ਮਾਰੀ ਅਤੇ ਉਤਰ ਗਏ ਅਤੇ ਲਾਹ ਕੇ ਕੱਪੜੇ ਕੁਪੜੇ ਉਹ ਮਾਰੇ, ਆਪ ਦਾ ਹੀ ਕੁੜਤਾ ਪਾ ਲਿਆ। ਕਹਿੰਦੇ ਭਗਤ ਜੀ ਨਾਰਾਜ਼ ਹੋ ਗਏ। ਭਗਤ ਜੀ ਨੇ ਸ਼ਬਦ ਉਚਾਰਿਆ, ਬੜਾ ਵੈਰਾਗਮਈ। ਸੋ ਕਹਿੰਦੇ ਨੇ ਪਹਿਰਾਵਾ ਦੇਖੇ ਊਬ ਜਾਹੇ, ਹੇ ਮੇਰੀ ਇਹ ਦੇਹ, ਹੇ ਮੇਰੇ ਸਰੀਰ, ਤੂੰ ਆਪ ਦਾ ਉੱਤਮ ਪਹਿਰਾਵਾ ਵੇਖ ਕਰਕੇ ਅਤੇ ਬੜੀ ਹੰਕਾਰ ਦੇ ਵਿੱਚ ਆ ਗਈ। ਤੇਰੇ ਮਨ 'ਚ ਮਾਣ ਆ ਗਿਆ ਵੀ ਮੈਂ ਸੋਹਣਾ ਲੱਗ ਰਿਹਾ, ਦੂਜਿਆਂ ਦੇ ਨਾਲੋਂ ਅਲੱਗ ਵੱਖਰਾ ਲੱਗ ਰਿਹਾ। ਤੋ ਇਸ ਲਈ ਜਿਸ ਕਰਕੇ ਮਾਣ ਆ ਜਾਵੇ ਉਹਨਾਂ ਵਸਤਰਾਂ ਦਾ, ਉਹ ਸਵਾਰੀ ਦਾ ਕੀ ਲਾਭ ਹੈ। ਇਸ ਲਈ ਸਵਾਰੀ ਵੀ ਛੱਡਤੀ, ਵਸਤਰ ਵੀ ਲਾ ਦਿੱਤੇ। ਐਸਾ ਜੀਵਨ ਹਰੇਕ ਦਾ ਬਣਨਾ ਔਖਾ ਹੈ। ਜ਼ਰੂਰੀ ਨਹੀਂ ਵੀ ਆਪਾਂ ਪੁਰਾਣੇ ਜਾਂ ਗਰੀਬਾਂ ਵਾਲੇ ਵਸਤਰ ਪਹਿਨੀਏ। ਉਹ ਇੱਕ ਲੌਜਿਕ, ਇੱਕ ਸਿੱਖਿਆ ਭਗਤ ਜੀ ਨੇ ਵੈਰਾਗਮਈ ਦਿੱਤੀ ਹੈ ਕਿ ਜਿੰਨਾ ਕੁ ਰੱਬ ਦੇ ਉਹਦੇ 'ਚ ਪ੍ਰਸੰਨ ਰਹਿਣਾ। ਸਾਡੀ ਮਾਂ ਨੇ ਸਾਨੂੰ ਸ਼ੁਰੂ ਤੋਂ ਸਿੱਖਿਆ ਦਿੱਤੀ ਹੈ ਵੀ ਗੁਆਂਢੀਆਂ ਦੇ ਘਰ ਕੌਲੀ ਲੈ ਕੇ ਨਹੀਂ ਜਾਣਾ। ਚਾਰ ਨਾ ਖਾ ਲਓ, ਦੇਸੀ ਘਿਓ 'ਤੇ ਲਾਓ ਅਤੇ ਲੂਣ ਧੂੜ ਕੇ ਚਾਹ ਦੇ ਨਾਲ ਖਾ ਲਓ ਰੁੱਖੀ ਸੁੱਖੀ, ਪਰ ਕਿਸੇ ਘਰੋਂ ਸਬਜ਼ੀ ਮੰਗਣ ਨਹੀਂ ਜਾਣਾ। ਸਕੂਲੇ ਜੋ ਦਿੱਤਾ ਉਹੀ ਖਾਣਾ, ਕਿਸੇ ਦੂਜੇ ਦੇ ਕੋਲੋਂ ਲੈ ਕੇ ਨਹੀਂ ਖਾਣਾ। ਅਗਲੇ ਦਾ ਕੀ ਪਤਾ ਕਿਹੜੇ ਹੱਥ ਲੱਗੇ ਹੋਣ। ਵਿਆਹ ਸ਼ਾਦੀ 'ਤੇ ਜਾਣਾ, ਗਵਾਂਢੀਆਂ ਘਰੋਂ ਕੋਟ ਪੈਂਟ ਨਹੀਂ ਮੰਗਣਾ, ਕਿਸੇ ਦੇ ਮੰਗਵੇਂ ਕੱਪੜੇ ਪਾ ਕੇ ਨਹੀਂ ਜਾਣਾ। ਆਪ ਦੇ ਜਿਸ ਤਰ੍ਹਾਂ ਦੇ ਹੈ ਉਸ ਤਰ੍ਹਾਂ ਦੇ ਪਾਓ। ਕੱਪੜੇ ਲੀੜੇ ਦੀ ਅਤੇ ਖਾਣ ਪੀਣ ਦੀ ਇਹ ਕੋਈ ਡਿਮਾਂਡ ਮੰਗ ਨਹੀਂ ਹੋਣੀ ਚਾਹੀਦੀ। ਹਾਂ, ਸੰਗਤ ਦਾ ਅਤੇ ਗੁਰੂ ਘਰ ਦਾ ਨਿਯਮ ਇੱਕ ਵੱਖਰਾ ਹੈ। ਮੈਂ ਆਮ ਸਮਾਜ ਦੀ ਗੱਲ ਕਰ ਰਿਹਾ। ਜੋ ਸਮਾਜ ਦਾ ਕਾਇਦਾ ਕਾਨੂੰਨ ਹੈ ਕੁਝ ਵੱਖਰਾ ਹੈ। ਤੋ ਗੁਰੂ ਘਰ ਦੇ ਵਿੱਚ ਤਾਂ ਐਸਾ ਨਹੀਂ, ਇੱਥੇ ਤਾਂ ਸਰਬ ਸਾਂਝਾ ਸਭ ਕੁਛ ਹੈ। ਅਤੇ ਇਸ ਲਈ ਕਈ ਮੰਗ ਕੇ ਅਤੇ ਆਪ ਦਾ ਸ਼ੌਂਕ ਪੂਰਾ ਕਰਨਗੇ। ਬਾਹਰ ਮੈਂ ਵੇਖਿਆ ਉਹ ਕਾਨੂੰਨ ਦਾ ਗਲਤ ਫਾਇਦਾ ਲੈਂਦੇ। ਸਟੋਰਾਂ ਦਾ ਕਾਨੂੰਨ ਵੀ ਕੋਈ ਚੀਜ਼ ਲੈ ਜਾਓ, ਤੁਹਾਡੇ ਨਹੀਂ ਪਸੰਦ ਆਈ 15 ਦਿਨਾਂ ਦੇ ਵਿੱਚ ਜਾਂ ਕੁਛ 20 ਕੁ ਦਿਨ ਦੀ ਹੁੰਦੀ ਉਹਨਾਂ ਦੀ ਲਿਮਟ, ਉਹ ਵਾਪਸ ਕਰ ਜਾਓ। ਮੇਰੇ ਵਰਗੇ ਕੀ ਕਰਦੇ ਨੇ, ਉਹ ਬੂਟ ਜਰਾਬਾਂ ਲੈ ਆਉਣੀਆਂ, ਵਿਆਹ ਵੇਖ ਕੇ ਅਤੇ ਮੁੜ ਕੇ ਫਿਰ ਸਟੋਰ 'ਤੇ ਰੱਖ ਆਉਣੀਆਂ, ਪੈਸੇ ਵਾਪਸ ਦਿਓ। ਕੋਟ ਪੈਂਟ ਲੈ ਆਉਣੇ ਅਤੇ ਪਾ ਕੇ ਵਿਆਹ ਸ਼ਾਦੀ ਵੇਖ ਕੇ ਫਿਰ ਟੰਗ ਆਉਣੇ। ਇਸ ਤਰ੍ਹਾਂ ਦੀ ਵੀ ਦੁਨੀਆ ਹੈ, ਮਾਫ਼ ਕਰਨਾ। ਸੋ ਮਹਾਰਾਜ ਕਹਿੰਦੇ ਵੀ ਇਹਨੂੰ ਮੱਥਾ ਟੇਕੋ ਭਾਈ, ਜੋ ਆਪ ਦਾ ਮਨ ਦਾ ਸ਼ੌਂਕ ਪੂਰਾ ਕਰਨਾ। ਪਹਿਰਾਵਾ ਦੇਖੇ ਊਬ ਜਾਹੇ, ਗਰਭਵਤੀ ਕਾ ਨਾਹੀ ਠਾਓ। ਅਤੇ ਜਿਹੜੀ ਹੰਕਾਰੀ ਦੇਹ ਹੈ ਉਹਨੂੰ ਕਿਤੇ ਵੀ ਜਗ੍ਹਾ ਨਹੀਂ ਹੈ। ਇਸ ਲਈ ਪਾਤਸ਼ਾਹ ਜੀ ਫਰਮਾਉਂਦੇ ਨੇ, ਪਾਟ ਪਟੰਬਰ ਬਿਰਥਿਆ। ਆਪ ਦੇ ਕੋਲ ਤੁਹਾਡੇ ਭਾਵੇਂ ਜਿੰਨਾ ਮਰਜ਼ੀ ਸੋਹਣਾ ਕੱਪੜਾ ਹੋਵੇ, ਉਹਨੂੰ ਪਾਓ ਅਤੇ ਹੰਡਾਓ। ਰੱਬ ਨੇ ਬਣਾਏ ਇਸੇ ਵਾਸਤੇ ਨੇ, ਪਰ ਕਿਸੇ ਕੋਲੋਂ ਮੰਗ ਕੇ ਜਿਹੜਾ ਪਾਉਣਾ ਹੈ, ਇਹ ਗੱਲਾਂ ਫਜ਼ੂਲ ਦੀਆਂ ਹਨ। ਜਿਹ ਰਚ ਲੋਭਾਏ, ਇਹਨਾਂ ਸੋ ਸ਼ੌਂਕ ਮੇਲੇ ਦੇ ਵਿੱਚ ਹੀ ਮਸਤ ਹੋ ਕੇ, ਲੁਭਾਏਮਨ ਹੋ ਕੇ ਜਿਹੜਾ ਸਮਾਂ ਖਰਾਬ ਕਰਨਾ ਹੈ, ਇਹ ਫਜ਼ੂਲ ਹੈ। ਸੋ ਕਹਿੰਦੇ ਰੂਪ ਦੇਖ ਦੇਖ ਨਾਰੀ, ਕਬੀਰ ਸਾਹਿਬ ਜੀ ਦਾ ਬਚਨ ਹੈ ਵੀ ਇਸਤਰੀ ਆਪ ਦਾ ਰੂਪ ਵੇਖ ਵੇਖ ਕੇ ਹੀ ਸਮਾਂ ਖਰਾਬ ਕਰ ਰਹੀ ਹੈ। ਇੱਥੋਂ ਤੱਕ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ। ਤਦ ਭਾਈ ਹੇਮਾ ਜੀ ਦੇ ਉੱਪਰ ਮਹਾਰਾਜ ਬਹੁਤ ਪ੍ਰਸੰਨ ਹੋ ਕੇ ਉਹਨੂੰ ਰਿੱਧੀਆਂ ਸਿੱਧੀਆਂ ਜਦ ਬਖਸ਼ਿਸ਼ ਕੀਤੀਆਂ। ਅਤੇ ਭਾਈ ਹੇਮਾ ਜੀ ਉੱਤਮ ਅਧਿਕਾਰੀ ਸਨ। ਉਹਨਾਂ ਨੇ ਸਭ ਕੁਝ ਛੱਡ ਕੇ ਸਤਿਗੁਰਾਂ ਦੇ ਪਾਸੋਂ ਇੱਕ ਨਾਮ ਸਿਮਰਨ ਦੀ ਦਾਤ ਮੰਗੀ। ਜਿਹੜੀਆਂ 2 ਪੰਕਤੀਆਂ ਨੇ ਉਹਨਾਂ ਦੇ ਵਿੱਚ ਉਹ ਦਾਤ ਮੰਗ ਰਹੇ ਹਨ। ਸਭ ਕਿਛ ਤੁਮਰਾ ਹਾਥ ਪ੍ਰਭ। ਇਹ ਪਰਮੇਸ਼ਰ ਸਰੂਪ ਸਤਿਗੁਰੂ ਜੀ,
ਸਾਰਾ ਕੁਝ ਤੁਹਾਡੇ ਹੱਥ ਵੱਸ ਹੈ। ਆਪ ਕਰੇ ਕਰਾਏ ਤੁਸੀਂ ਆਪ ਹੀ ਸਭ ਕਾਰਜਾਂ ਨੂੰ ਕਰਦੇ ਤੇ ਹੋਰਨਾਂ ਨੂੰ ਪ੍ਰੇਰ ਕੇ ਕਰਾਉਂਦੇ ਹੋ ਜੀ। ਸਾਸ ਸਾਸ ਸਿਮਰਤ ਰਹਾ ਮੇਰੇ ਉੱਪਰ ਇਹ ਕਿਰਪਾ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਸਵਾਸ ਸਵਾਸ ਹਰੇਕ ਸਵਾਸ ਨਾਲ ਪਰਮੇਸ਼ਰ ਦਾ ਨਾਮ ਸਿਮਰਦਾ ਰਹਾ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇਹੀ ਦਾਤ ਮੰਗੀ ਹੈ। ਕਹਿੰਦੇ ਹਨ ਕਿ ਖੇਮੇ ਛਤਰ ਸਰਾਏ 'ਚ ਦਿਸਣ ਰਥ ਪੀੜੇ, ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸੱਧ ਮਿਲੇ। ਖੇਮੇ ਛਤਰ ਸਰਾਏ 'ਚ ਤੰਬੂ ਕਨਾਤਾਂ ਤੇ ਛਤਰ ਤੇ ਖੇਮੇ ਛਤਰ ਸਰਾਏ 'ਚ ਦਿਸਣ ਰਥ ਪੀੜੇ, ਜਿਹੜੇ ਰਥ ਸਵਾਰੀਆਂ ਵਾਲੇ ਉਹ ਤਿਆਰ ਪਰ ਤਿਆਰ ਖੜੇ ਦਿਖਦੇ। ਜਿਨੀ ਤੇਰਾ ਨਾਮ ਤੇ ਆਇਆ, ਗੱਜ ਕੇ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ। ਜਿਹੜਾ ਨਾਮ ਬਾਣੀ ਦਾ ਨਿਤਨੇਮ ਤਿਆਗ ਕੇ ਇਹਨਾਂ ਮਾਇਆ ਦੇ ਸ਼ੋਅ ਮੇਲਿਆਂ 'ਚ ਪੈਣਾ ਇਹ ਫਜ਼ੂਲ ਹੈ। ਅਤੇ ਜਿਹੜਾ ਮਨ 'ਚ ਵਿਰਾਗ ਧਾਰ ਕਰਕੇ ਨਾਮ ਜਪਣਾ ਹੈ, ਸਮਝ ਲਓ ਕਿ ਉਹਨਾਂ ਦੇ ਕਨਾਤਾਂ ਲੱਗ ਗਈਆਂ ਅਤੇ ਛਤਰ ਝੁੱਲ ਗਏ, ਉਹਨਾਂ ਦੇ ਅੱਗੇ ਰਥ ਆ ਗਏ। ਜਿਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸੱਦ ਮਿਲੇ। ਉਹਨਾਂ ਨੂੰ ਸੱਦ ਕੇ ਬੁਲਾ ਕਰਕੇ ਚੀਜ਼ਾਂ ਪ੍ਰਮਾਤਮਾ ਬਖਸ਼ਿਸ਼ ਕਰਦਾ, ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਇਸ ਲਈ ਮਹਾਰਾਜ ਮੈਂ ਸਵਾਸ ਸਵਾਸ ਆਪ ਦਾ ਨਾਮ ਸਿਮਰਦਾ ਰਹਾ। ਇਹੀ ਮੈਂ ਦਾਨ ਤੁਹਾਡੇ ਕੋਲੋਂ ਪਾਵਾਂ ਜੀ। ਨਾਨਕ ਦਾਨ ਪਾਏ। ਇਹ ਦਾਨ ਮੈਨੂੰ ਗੁਰੂ ਘਰ ਦੇ ਵਿੱਚੋਂ ਮਿਲੇ। ਇੰਜ ਸਤਿਗੁਰਾਂ ਨੇ ਭਾਈ ਹੇਮਾ ਜੀ ਦੀ ਛਪਰੀ ਦੇ ਵਿੱਚ ਇਹ ਪਾਵਨ ਸ਼ਬਦ ਉਚਾਰ ਕੇ ਭਾਈ ਹੇਮਾ ਜੀ ਨੂੰ ਅਤੇ ਹੋਰ ਗੁਰਸਿੱਖਾਂ ਨੂੰ ਨਿਹਾਲ ਕੀਤਾ ਅਤੇ ਅੰਮ੍ਰਿਤ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਰਵਾਨਾ ਹੋ ਗਏ। ਇਹ ਇਹੋ ਜਿਹਾ ਸਰੂਪਾ ਦਿੱਤਾ ਜਿਹੜਾ ਕਦੀ ਫਟਦਾ ਨਹੀਂ, ਕਦੀ ਪੁਰਾਣਾ ਨਹੀਂ ਹੁੰਦਾ। ਗੁਰਬਾਣੀ ਦੇ ਸ਼ਬਦ ਦਾ ਸਰੂਪ ਆਓ। ਇਹ ਬਾਹਰੀ ਅਰਥ ਸਨ, ਹੁਣ ਅੰਤਰੀ ਵਰਤ ਦੇ ਦਰਸ਼ਨ ਕਰੋ। ਭਲੇ ਸੁਹਾਵੇ ਛਪਰੇ। ਉਹ ਬ੍ਰਹਮ ਵਿਦਿਆ ਰੂਪੀ ਸ਼ਨ ਬਹੁਤ ਚੰਗੀ ਤੇ ਸ਼ੋਭਨੀਕ ਹੈ। ਜਾ ਮਹ ਗੁਣ ਗਾਏ, ਜਿਸ ਵਿੱਚ ਪਰਮੇਸ਼ਰ ਦੇ ਗੁਣਾਂ ਨੂੰ ਗਾਏ ਜਾਂਦੇ ਹਨ। ਕਿਤਹਿ ਕਾਮ ਨ ਧੌਲ ਹਰ। ਚਿੱਟੇ ਪੱਕੇ ਮਕਾਨਾਂ ਦੀ ਤਰ੍ਹਾਂ ਰਾਜੇ ਮਹਾਰਾਜਿਆਂ ਦੇ ਸਰੀਰ ਕਿਸੇ ਵੀ ਕੰਮ ਨਹੀਂ ਹਨ। ਜਿਤ ਹਰ ਬਿਸਰਾਏ, ਜਿਨ੍ਹਾਂ ਸਰੀਰਾਂ ਨੂੰ ਧਾਰਨ ਕਰਕੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਆਨੰਦ ਗਰੀਬੀ ਸਾਧ ਸੰਗ। ਜਦ ਸਾਧ ਸੰਗਤ ਦੁਆਰਾ ਹੋਰ ਦਵੈਤ ਭਾਵ ਗਲ ਜਾਂਦੀ ਹੈ, ਤਦ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਤ ਪ੍ਰਭ ਚਿਤ ਆਏ, ਜੇ ਸਾਧ ਸੰਗਤ ਕਰਕੇ ਪਰਮੇਸ਼ਰ ਵੀ ਚੇਤੇ ਆਉਂਦਾ ਹੈ। ਜਲ ਜਾਓ ਇਹੋ ਬੜਪਨਾ। ਇਹੋ ਜਿਹਾ ਵਡੱਪਣ ਭਾਵ ਹੰਕਾਰ ਸੜ ਬਲ ਜਾਵੇ। ਮਾ ਜਿਤ ਮਾਇਆ ਲਪਟਾਏ, ਜਿਸ ਕਰਕੇ ਜੀਵ ਛਲ ਰੂਪ ਮਾਇਆ ਦੇ ਵਿੱਚ ਲੰਬੜ ਰਹਿੰਦੇ ਹਨ। ਪੀਸਨ ਪੀਸ ਓਡ ਕਾਮਰੀ। ਜਿਨ੍ਹਾਂ ਗੁਰਮੁਖ ਜਨਾਂ ਨੇ ਸਵਣ ਮੰਨਣ ਰੂਪ ਚੱਕੀਆਂ ਨਾਲ ਸੂਖਮ ਅਸਤੂਲ ਵਾਸ਼ਨਾਵਾਂ ਨੂੰ ਪੀਣਾ ਕੀਤਾ ਹੈ। ਸੋਖਾ ਮਨ ਸੰਤੋਖਾਏ। ਹਰ ਗਰੀਬੀ ਭਾਵ ਨਿਮਰਤਾ ਰੂਪ ਕੰਬਲੀ ਪਹਿਨੀ ਹੋਈ ਉਹਨਾਂ ਦੇ ਮਨ ਅੰਦਰ ਸੰਤੋਖ ਹੋਣ ਕਰਕੇ ਸੁੱਖ ਹੀ ਸੁੱਖ ਵਸਦਾ, ਸੁੱਖ ਸਰੂਪ ਪ੍ਰਗਟ ਹੋ ਜਾਂਦਾ ਹੈ। ਐਸੋ ਰਾਜ ਨਾ ਕਿਤੈ ਕਾਜ। ਜੋ ਹਉਮੈ ਦੇ ਸਹਿਤ ਆਪਣੇ ਆਪ ਨੂੰ ਪੰਡਿਤ ਵਿਦਵਾਨ ਜਾਂ ਰਾਜਾ ਖਮਾਉਣਾ, ਰਾਜਿਆਂ ਵਾਂਗ ਧਨ ਪਦਾਰਥ ਆਦਿ ਕੇ ਭਭੂਤੀ ਰੱਖਣੇ, ਇਹੋ ਜਿਹਾ ਰਾਜ ਕਿਸੇ ਵੀ ਕੰਮ ਨਹੀਂ ਹੈ। ਜਿਤ ਨਹਿ ਤ੍ਰਿਪਤਾਏ। ਜਿਸ ਕਰਕੇ ਕਿਸੇ ਨੂੰ ਗੁਰਬਾਣੀ ਦਾ ਇੱਕ ਵੀ ਅੱਖਰ ਨਹੀਂ ਸਿਖਾਉਣਾ, ਕਥਾ ਕੀਰਤਨ 'ਚ ਹਾਜ਼ਰੀ ਨਹੀਂ ਭਰਨੀ, ਵਿੱਦਿਆ ਵੰਡਣੀ ਨਹੀਂ, ਸੰਗਤ ਨਾਲ ਸਾਂਝ ਨਹੀਂ ਪਾਉਣੀ। ਹੰਕਾਰੀ ਜੀਵ ਦੀ ਤ੍ਰਿਪਤੀ ਕਦੀ ਨਹੀਂ ਹੁੰਦੀ। ਨਗਨ ਫਿਰਤ ਰੰਗ ਏਕ ਕੈ। ਜੋ ਮਹਾਤਮਾ ਜਨ ਇੱਕ ਪਰਮੇਸ਼ਰ ਦੇ ਪ੍ਰੇਮ 'ਚ ਭਿੱਜੇ, ਭਾਵੇਂ ਦੁਨੀਆ ਦੀ ਨਿਗਾਹ ਅੰਦਰ ਬਸਤਰਾਂ ਤੋਂ ਹੀਣੇ ਫਿਰਦੇ ਹਨ।
ਓਹ ਸੋਭਾ ਪਾਏ। ਉਹ ਫਿਰ ਵੀ ਲੋਕ ਪਰਲੋਕ 'ਚ ਸੋਭਾ ਪਾਉਂਦੇ ਨੇ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਪਾਟ ਪਟੰਬਰ ਬਿਰਥਿਆ। ਕਿਉਂਕਿ ਤੇ ਨੇਹੋਂ ਲੱਗਾ ਰੱਬ ਛੇਤੀ ਦੇਖਣੇ ਵਿਚਾਰ। ਉਹਨਾਂ ਦੇ ਅੰਦਰ ਰੱਬ ਦਾ ਨਾਮ ਰੇਸ਼ਮ ਹੈ। ਬਾਹਰੋਂ ਭਾਵੇਂ ਗਰੀਬੀ ਲਿਬਾਸ ਹੈ, ਉਹਨਾਂ ਸੂਤੀ ਵਸਤਰਾਂ ਦੀ ਤਰ੍ਹਾਂ 10ਵੇਂ ਦੁਆਰ 'ਚ ਪ੍ਰਾਣ ਚੜਾਉਣ ਵਾਲੇ ਰੇਸ਼ਮੀ ਕੱਪੜਿਆਂ ਦੀ ਤਰ੍ਹਾਂ ਆਪਣੇ ਸਵਾਸਾਂ ਨੂੰ ਲੰਬੇ ਕਰਨ ਵਾਲਿਆਂ ਦੇ ਸਾਧਨ ਵਿਅਰਥ ਨੇ। ਜਿਹੇ ਰਚ ਲੋਭਾਏ। ਜਿਹੜੇ ਦੁਨੀਆ ਦੀਆਂ ਰਿਧੀਆਂ ਸਿੱਧੀਆਂ ਵੇਖ ਕੇ ਲੋਭ 'ਚ ਰਚ ਗਏ। ਇਸ ਲਈ ਇੰਝ ਬੇਨਤੀ ਕਰੋ। ਸਭ ਕੇਸ਼ਾ ਤੁਮਰੈ ਹਾਥ ਪ੍ਰਭ। ਇਹ ਪਰਮੇਸ਼ਰ ਸਭ ਕੁਝ ਤੇਰੇ ਵੀ ਹੱਥ ਵਿੱਚ ਹੈ। ਆਪ ਕਰੇ ਕਰਾਏ। ਸਭ ਕੁਝ ਤੇਰੇ ਹੱਥ ਵਿੱਚ ਹੀ ਹੈ। ਆਪ ਹੀ ਗੁਰੂ ਰੂਪ ਹੋ ਕੇ ਨਾਮ ਦਾ ਉਪਦੇਸ਼ ਤੂੰ ਕਰਦਾ ਹੈ ਸਿੱਖਾਂ ਨੂੰ, ਤੇ ਆਪ ਹੀ ਸਿੱਖਾਂ ਦੇ ਪਾਸੋਂ ਨਾਮ ਦਾ ਅਭਿਆਸ ਕਰਾਉਂਦਾ ਹੈ। ਸਾਸ ਸਾਸ ਸਿਮਰਤ ਰਹਾ। ਸਤਿਗੁਰੂ ਜੀ ਕਥਨ ਕਰਦੇ ਹੋਏ ਦੱਸਦੇ ਨੇ ਕਿ ਹੇ ਵਾਹਿਗੁਰੂ, ਅਸੀਂ ਸਵਾਸ ਸਵਾਸ ਤੇਰਾ ਨਾਮ ਸਿਮਰਦੇ ਰਹੀਏ। ਨਾਨਕ ਦਾਨ ਪਾਏ। ਇਹੀ ਦਾਨ ਸਾਡੀ ਝੋਲੀ ਵਿੱਚ ਪਾਉਣਾ ਕਰ। ਸੋ ਮੈਂ ਕਿਹਾ ਮੰਗੋ ਕਿ ਸਥਿਰ ਨ ਰਹਾਈ। ਹਰ ਦੀਜੈ ਨਾਮ ਪਿਆਰੀ ਜੀਓ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇੱਥੇ ਸ਼ਬਦ ਸੰਪੂਰਨ ਹੋਇਆ ਜੀ। ਭੁੱਲ ਚੁੱਕ ਮਾਫ ਕਰਨੀ, ਅੱਗੇ ਦੋ ਸਮਤ ਬਖਸ਼ਣੀ। ਸਭ ਕਿਛ ਤੁਮਰਾ ਹਾਥ ਪ੍ਰਭ। ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ। ਨਾਨਕ ਦਾਨ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰੂ